ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੂ ਸਰਨਾਈ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸਤਿਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਪੰਜ ਬਾਣੀਆਂ ਦੇ ਨਿਤਨੇਮ, ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ। ਵਡਭਾਗੀ ਜਨਾਂ ਨੇ ਇਸ ਸੁਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ। ਇਸ ਮਨੁੱਖਾ ਜਾਮੇ ਨੂੰ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇ ਇਹ ਮਨੁੱਖਾ ਜਾਮਾ, ਮਨੁੱਖਾ ਸਰੀਰ ਬਖਸ਼ਿਸ਼ ਕੀਤਾ, ਉਹਦਾ ਲਾਹਾ ਪ੍ਰਾਪਤ ਕੀਤਾ ਹੈ। ਇਸ ਮਨੁੱਖਾ ਦੇਹੀ ਨੂੰ ਗੁਰਮੁਖੋ ਦੇਵੀ ਦੇਵਤੇ ਵੀ ਤਰਸਦੇ ਆ, ਲੱਭਦੇ ਆ, ਖੋਜਦੇ ਆ, ਪਰ ਇਹ ਵੱਡੇ ਭਾਗਾਂ ਦਾ ਸਦਕਾ ਮਨੁੱਖਾ ਦੇਹੀ ਮਿਲਦੀ ਹੈ। ਇਹ ਦੇਹੀ ਦੇ ਪ੍ਰਥਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਦੇਵੀ ਦੇਵਤੇ ਤਰਸਦੇ ਆ ਕਿ ਸਾਨੂੰ ਮਨੁੱਖਾ ਦੇਹੀ ਪ੍ਰਾਪਤ ਹੋ ਜਾਵੇ ਤੇ ਅਸੀਂ ਪਰਮੇਸ਼ਰ ਦੀ ਬੰਦਗੀ ਕਰੀਏ। ਜਿੱਥੇ ਗੁਰਮੁਖੋ ਇਹ ਦੇਹੀ ਦੀ ਜਾਚਨਾ ਕਰਦੇ ਆ, ਮੰਗਦੇ ਆ, ਇਸੇ ਤਰ੍ਹਾਂ ਦੇਵੀ ਦੇਵਤੇ ਅੰਮ੍ਰਿਤ ਵੀ ਮੰਗਦੇ ਆ, ਲੱਭਦੇ ਆ, ਪਰ ਗੁਰੂ ਦੀ ਕਿਰਪਾ ਤੋਂ ਬਿਨਾਂ ਗੁਰਮੁਖੋ ਉਹ ਅੰਮ੍ਰਿਤ ਲੱਭਦਾ ਨਹੀਂ। ਜਿੱਥੇ ਅੰਮ੍ਰਿਤ ਲੱਭਦੇ ਆ, ਦੇਹੀ ਦੀ ਪ੍ਰਾਪਤੀ ਦਾ ਯਤਨ ਕਰਦੇ ਆ, ਮਨੁੱਖਾ ਦੇਹੀ ਤੋਂ ਬਿਨਾਂ ਗੁਰਮੁਖੋ ਅੰਮ੍ਰਿਤ ਵੀ ਨਹੀਂ ਛਕਿਆ ਜਾਂਦਾ। ਇਸ ਅੰਮ੍ਰਿਤ ਦੇ ਪ੍ਰਥਾਈ ਸੱਚੇ ਪਾਤਸ਼ਾਹ ਦੀ ਰਸਨਾ ਦੇ ਬਚਨ ਹਨ। ਸੁਰ ਨਾਰ ਮਨ ਜਾਣੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ।
ਸੱਚਾ ਮਨ ਵਸਾਇਆ। ਜਿੱਥੇ ਦੇਵੀ ਦੇਵਤੇ ਦੇਹੀ ਦੀ ਪ੍ਰਾਪਤੀ ਵਾਸਤੇ ਯਤਨ ਕਰਦੇ ਆ ਤੇ ਉੱਥੇ ਅੰਮ੍ਰਿਤ ਨੂੰ ਹੀ ਲੱਭਦੇ ਆ, ਪ੍ਰਾਪਤੀ ਕਰਨ ਦੇ ਗੁਰਮੁਖੋ ਯਤਨ ਕਰਦੇ ਆ। ਕਾਫੀ ਸਮਾਂ ਬੀਤ ਗਿਆ। ਰਾਜਸਥਾਨ ਦਾ ਗੁਰਮੁਖੋ ਇੱਕ ਸ਼ਹਿਰ ਆ, ਉਹਦਾ ਨਾਂ ਹੈ ਅਨੂਪਗੜ੍ਹ। ਅਨੂਪਗੜ੍ਹ ਸਿੰਘ ਸਭਾ ਗੁਰਦੁਆਰੇ ਵਿਖੇ ਅੰਮ੍ਰਿਤ ਸੰਚਾਰ ਹੋਇਆ। ਸ਼ਹੀਦ ਨਗਰ ਬੁੱਢਾ ਜੋੜ ਦੇ ਗੁਰਦੁਆਰਾ ਸਾਹਿਬ ਤੋਂ 5 ਪਿਆਰੇ ਸਿੰਘ ਆਏ ਸਨ ਅੰਮ੍ਰਿਤ ਛਕਾਉਣ ਵਾਸਤੇ। ਜਿਸ ਪ੍ਰੇਮੀ ਨੇ ਆਪ ਅੰਮ੍ਰਿਤ ਛਕਿਆ ਹੁੰਦਾ, ਜਿਸ ਰਸਤੇ ਦਾ ਉਹ ਪਾਂਧੀ ਹੁੰਦਾ, ਉਸ ਰਸਤੇ 'ਤੇ ਚੱਲਣ ਵਾਸਤੇ ਆਪਣੇ ਸੰਗੀਆਂ ਸਾਥੀਆਂ ਨੂੰ, ਹੋਰਨਾਂ ਨੂੰ ਪ੍ਰੇਰਦਾ। ਇਸੇ ਤਰ੍ਹਾਂ ਇੱਕ ਮੇਰੇ ਵੇਖਣ ਦੀ ਗੱਲ ਹੈ, ਕਿਸੇ ਇੱਕ ਸਿੰਘ ਨੇ ਆਪਣੇ ਸੰਗੀ ਸਾਥੀ ਨੂੰ ਕਿਹਾ ਕਿ ਤੂੰ ਵੀ ਅੰਮ੍ਰਿਤ ਛਕ ਲਾ। ਉਹਨੇ ਅੰਮ੍ਰਿਤ ਤਾਂ ਕੀ ਛਕਣਾ ਸੀ, ਅੰਮ੍ਰਿਤ ਦੀ ਤੁਲਨਾ ਸ਼ਰਾਬ ਨਾਲ ਕੀਤੀ। ਆਂਦਾ ਤੁਸੀਂ ਇੱਕ ਵਾਰ ਅੰਮ੍ਰਿਤ ਛਕਦੇ ਆ ਤੇ ਮੈਂ ਅੰਮ੍ਰਿਤ ਰੋਜ਼ ਛਕਦਾ। ਗੁਰਮੁਖੋ ਕਿੱਥੇ ਸ਼ਰਾਬ ਤੇ ਕਿੱਥੇ ਅੰਮ੍ਰਿਤ। ਆਂਦਾ ਵੀ ਉਹ ਕਿਵੇਂ। ਤੁਲਨਾ ਦਿੱਤੀ ਕਿ ਪਾਣੀ ਸਾਰੀ ਦੁਨੀਆ ਪੀਂਦੀ ਆ ਤੇ ਉਸ ਅੰਮ੍ਰਿਤ ਵਿੱਚ ਪਾਣੀ ਪੈਂਦਾ। ਗੁੜ ਸਾਰੀ ਦੁਨੀਆ ਖਾਂਦੀ ਆ, ਉਹਦੇ ਵਿੱਚ ਗੁੜ ਵੀ ਪੈਂਦਾ। ਕਿੱਕਰ ਦੀ ਦਾਤਨ ਅਕਸਰ ਲੋਕ ਕਰਦੇ ਆ ਤੇ ਉਹਦੇ ਵਿੱਚ ਕਿੱਕਰ ਦੇ ਸੱਕ ਪੈਂਦੇ ਆ। ਗੁੜ, ਪਾਣੀ ਤੇ ਕਿੱਕਰ ਦੇ ਸੱਕਾਂ ਨਾਲ ਉਹ ਅੰਮ੍ਰਿਤਚਾਰ ਹੁੰਦਾ। ਕਿਹੜਾ ਆਂਦਾ? ਸ਼ਰਾਬ। ਮਹਿਸੂਸ ਤਾਂ ਉਹਨਾਂ ਨੇ ਵੀ ਕੀਤਾ, ਸਾਨੂੰ ਵੀ ਹੋਇਆ। ਇਹ ਬੜੀ ਪੁਰਾਣੀ ਗੱਲ ਆ ਕਿ ਮੈਂ ਰੋਜ਼ ਅੰਮ੍ਰਿਤ ਛਕਦਾ, ਤੁਸੀਂ ਇੱਕ ਵਾਰ ਛਕਿਆ। ਗੁਰਮੁਖੋ ਕਲਗੀਧਰ ਪਾਤਸ਼ਾਹ ਦੇ ਅੰਮ੍ਰਿਤ ਦੀ ਤੁਲਨਾ ਉਸ ਨਾਸਤਿਕ ਬੁੱਧੀ ਵਾਲੇ ਮਨੁੱਖ ਨੇ ਸ਼ਰਾਬ ਨਾਲ ਕੀਤੀ। ਚੰਗੀ ਜਾਇਦਾਦ ਦਾ ਮਾਲਕ ਸੀ। ਅਕਸਰ ਬੰਦੇ ਨੂੰ ਆਪਣੀ ਜਾਇਦਾਦ, ਪੈਸੇ ਦਾ ਹੰਕਾਰ ਹੁੰਦਾ ਕਿ ਮੇਰੇ ਕੋਲ ਪੈਸਾ ਹੈ, ਅੰਮ੍ਰਿਤ ਛਕਣਾ, ਬਾਣੀ ਪੜ੍ਹਨੀ, ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਹੈ, ਵਿਹਲੇ ਗਰੀਬ ਲੋਕਾਂ ਦਾ ਕੰਮ ਆ। ਸਾਡਾ ਨਹੀਂ, ਸਾਨੂੰ ਸੱਚੇ ਪਾਤਸ਼ਾਹ ਨੇ ਦੁੱਧ ਦਿੱਤਾ, ਪੁੱਤ ਦਿੱਤੇ ਆ, ਰਿਜ਼ਕ ਦਿੱਤਾ, ਸੁੱਖ ਸਹੂਲਤਾਂ ਸਾਰੀਆਂ ਦਿੱਤੀਆਂ, ਸਾਨੂੰ ਇਹਨਾਂ ਕੰਮਾਂ ਦੀ ਲੋੜ ਨਹੀਂ। ਗੁਰਮੁਖੋ ਫਿਰ ਮੈਂ ਉਹਦੀ ਮੌਤ ਵੀ ਬੰਦੇ ਦੀ ਆਪਣੀ ਅੱਖਾਂ ਨਾਲ ਵੇਖੀ ਤੇ ਕੰਨਾਂ ਨਾਲ ਸੁਣੀ। ਚੰਗੀ ਜਾਇਦਾਦ ਦਾ ਮਾਲਕ, ਬਿਨਾਂ ਕਾਰਨ ਤੋਂ ਉਹਦਾ ਕਿਸੇ ਨਾਲ ਝਗੜਾ ਹੋਇਆ। ਜਿਨ੍ਹਾਂ ਨਾਲ ਝਗੜਾ ਹੋਇਆ, ਦਿਨ ਦੀਵੀਂ ਚਿੱਟੇ ਦਿਨ ਡਾਂਗਾਂ ਦੀ ਮਾਰ ਖਾ ਕੇ ਗੁਰਮੁਖੋ ਕੁੱਤੇ ਦੀ ਮੌਤ ਮਰਿਆ। ਜਦੋਂ ਉਹਦੀ ਮੌਤ ਹੋਈ ਤੇ ਮੌਤ ਦਾ ਇੱਕ ਕੌਡੀ ਮੁੱਲ ਵੀ ਨਹੀਂ ਪਿਆ। ਗੁਰਮੁਖੋ ਭੁੱਲ ਕਰਕੇ ਨਹੀਂ ਆਪਾਂ ਬਾਣੀ ਪੜ੍ਹ ਸਕਦੇ, ਨਹੀਂ ਬਾਣੀ ਪੜ੍ਹਨ ਨੂੰ ਮਨ ਕਰਦਾ ਤੇ ਬਾਣੀ ਨੂੰ ਕਦੇ ਮਖੌਲ ਨਾ ਕਰੋ। ਅੰਮ੍ਰਿਤ ਛਕਣ ਨੂੰ ਮਨ ਨਹੀਂ ਕਰਦਾ ਤੇ ਅੰਮ੍ਰਿਤ ਦੀ ਤੁਲਨਾ ਕਿਸੇ ਸ਼ਰਾਬ ਜਾਂ ਹੋਰ ਕਿਸੇ ਦੇ ਨਾਲ ਤੁਲਨਾ ਨਾ ਕਰੋ। ਜੇਕਰ ਆਪਾਂ ਗੁਰਸਿੱਖ ਨਹੀਂ ਬਣ ਸਕਦੇ ਤੇ ਗੁਰਮੁਖੋ ਗੁਰਸਿੱਖਾਂ ਨੂੰ ਕਦੇ ਮਖੌਲ ਨਾ ਕਰੋ। ਇਹ ਮਖੌਲ ਕਦੇ ਯਾਦਵਾਂ ਨੇ ਦਰਬਾਰ ਸ਼ਾਹ ਰਿਖੀ ਨੂੰ ਕੀਤਾ ਸੀ ਤੇ ਦਰਬਾਰ ਸ਼ਾਹ ਰਿਖੀ ਸੀ, ਬੰਦਗੀ ਵਾਲਾ ਸੀ। 2-3 ਵਾਰ ਉਹਨਾਂ ਯਾਦਵਾਂ ਬੱਚਿਆਂ ਨੇ ਮਖੌਲ ਕੀਤਾ ਤਾਂ ਉਹਨੇ ਰੋਕਿਆ ਕਿ ਨਹੀਂ, ਸਾਧੂ ਮਹਾਤਮਾ ਦੇ ਨਾਲ ਮਖੌਲ ਨਹੀਂ ਕਰੀਦਾ ਹੁੰਦਾ। ਪਰ ਉਹ ਬੱਚੇ ਆਪਣੀ ਆਦਤ ਦੇ ਮਜਬੂਰ ਰਹੇ। ਫੇਰ ਮੁੜ ਕਰਕੇ ਆਏ ਤੇ ਮਖੌਲ ਕੀ ਕਰਦੇ ਸਨ। ਇੱਕ ਅਣਦਾੜੀਆ ਬੱਚਾ ਸੀ ਤੇ ਉਹਦੇ ਪੇਟ ਦੇ ਉੱਪਰ ਕੋਈ ਭਾਂਡਾ ਬੰਨਿਆ ਸੀ, ਜਿਸ ਤਰ੍ਹਾਂ ਕਿ ਬੀਬੀਆਂ ਦੇ ਪੇਟ ਵਿੱਚ ਬੱਚਾ ਹੁੰਦਾ, ਇਸ ਤਰ੍ਹਾਂ ਦਾ ਬਣਾਇਆ ਸੀ।
ਤੇ ਕਹਿਣ ਲੱਗੇ, ਰਿਖੀ ਜੀ ਦੱਸੋ ਇਸ ਪੇਟ ਵਿੱਚੋਂ ਮੁੰਡਾ ਹੋਵੇਗਾ ਜਾਂ ਕੁੜੀ? ਕਈ ਵਾਰ ਉਹਨਾਂ ਨੂੰ ਰੋਕਿਆ ਪਰ ਉਹ ਆਦਤ ਦੇ ਮਜਬੂਰ ਨਾ ਹਟੇ। ਤੇ ਗੁਰਮੁਖੋ ਆਖਰਕਾਰ ਦਰਬਾਸ਼ਾ ਰਿਖੀ ਨੇ ਇਹ ਬਚਨ ਕੀਤਾ ਕਿ ਇਸ ਪੇਟ ਵਿੱਚੋਂ ਉਹ ਪੈਦਾ ਹੋਵੇਗਾ ਜਿਹੜਾ ਤੁਹਾਡੀ ਕੁਲ ਦਾ ਨਾਸ਼ ਕਰੇਗਾ। ਫਿਰ ਪਛਤਾਉਣ ਕਿ ਇਹ ਕੀ ਗੱਲ ਹੋ ਗਈ। ਦਰਬਾਸ਼ਾ ਰਿਖੀ ਨੂੰ ਮਖੌਲ ਕਰਕੇ ਗੁਰਮੁਖੋ ਯਾਦਵਾਂ ਦੀ ਕ੍ਰਿਸ਼ਨ ਭਗਵਾਨ ਦੀ ਕੁਲ ਦਾ ਸਤਿਆਨਾਸ਼ ਹੋਇਆ। ਤੇ ਪਾਵਨ ਗੁਰਬਾਣੀ ਦੇ ਬਚਨ ਹਨ, ਦਰਬਾਸ਼ਾ ਸਿਉ ਕਰਤ ਠਗੌਰੀ ਯਾਦਵ ਇਹ ਫਲ ਪਾਏ। ਮਖੌਲ ਕਰਦੇ ਸਨ, ਹਾਸਾ ਠੱਠਾ ਮਸ਼ਕਰੀ ਕਰਦੇ ਸਨ ਯਾਦਵਾਂ ਨੇ, ਤੇ ਉਹਨਾਂ ਨੂੰ ਇਹ ਫਲ ਮਿਲਿਆ, ਉਹਨਾਂ ਦੀ ਕੁਲ ਦਾ ਸਤਿਆਨਾਸ਼ ਹੋਇਆ। ਕਿਸੇ ਵਿਦਵਾਨ ਪ੍ਰੇਮੀ ਗੁਰਮੁਖ ਪਿਆਰੇ ਦੇ ਬਚਨ ਹਨ, ਭਗਤਨ ਸੇਤੀ ਮਸ਼ਕਰੀ, ਬਾਣੀ ਪੜ੍ਹਨ ਵਾਲਾ, ਰਹਿਤ ਰੱਖਣ ਵਾਲਾ। ਆਪਾਂ ਕਈ ਵਾਰ ਰਹਿਤ ਨਹੀਂ ਰੱਖ ਸਕਦੇ। ਕਈ ਗੁਰਸਿੱਖ ਇਹੋ ਜਿਹੇ ਵੀ ਆ, ਉਹ ਆਪਣੇ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ਛਕਦੇ ਆ। ਸਾਡੇ ਵਿੱਚ ਹਿੰਮਤ ਨਹੀਂ, ਅਸੀਂ ਗੁਰਮੁਖੋ ਆਲਸੀ ਹਾਂ, ਅਸੀਂ ਆਪਣੇ ਹੱਥਾਂ ਨਾਲ ਪ੍ਰਸ਼ਾਦਾ ਨਹੀਂ ਤਿਆਰ ਕਰ ਸਕਦੇ, ਪਰ ਉਹਦੇ 'ਤੇ ਕਿੰਤੂ ਕਰਦੇ ਕਿ ਇਹ ਵੱਡਾ ਰਹਿਤਵਾਨ ਆ, ਇਹ ਵੱਡਾ ਸੋਧੀ, ਵੱਡਾ ਵਿਵੇਕੀ ਆ ਗਿਆ। ਗੁਰਮੁਖੋ ਇਸ ਤਰ੍ਹਾਂ ਕਦੇ ਕਿਸੇ ਨੂੰ ਮਖੌਲ ਨਾ ਕਰਿਆ ਕਰੀਏ। ਤੇ ਕਈ ਇਹੋ ਜਿਹੇ ਪ੍ਰੇਮੀ ਆ, ਉਹ ਸਰਬਲੋਹ ਦੇ ਭਾਂਡਿਆਂ ਵਿੱਚ ਭੋਜਨ ਪ੍ਰਸ਼ਾਦਾ ਬਣਾ ਕੇ ਛਕਦੇ ਆ। ਗੁਰਮੁਖੋ ਇਹ ਕਰਮ ਕਾਂਡ ਨਹੀਂ। ਪੁਰਾਤਨ ਸਮੇਂ ਦੇ ਲੋਕ ਲੋਹੇ ਦੇ ਭਾਂਡੇ, ਤਾਂਬੇ ਦੇ ਭਾਂਡੇ, ਇਹਨਾਂ ਧਾਤਾਂ ਦੇ ਬਣੇ ਭਾਂਡਿਆਂ ਵਿੱਚ ਦਾਲ ਸਬਜ਼ੀਆਂ ਤੇ ਭੋਜਨ ਪ੍ਰਸ਼ਾਦਾ ਛਕਦੇ ਸਨ। ਇਹ ਸਰੀਰ ਨੂੰ ਲੋੜਦੇ ਜ਼ਰੂਰੀ ਤੱਤ ਵੀ ਆ। ਹੁਣ ਸਰਬਲੋਹ ਦੇ ਵਿੱਚ ਤਿਆਰ ਕਰਨਾ, ਉਹਨੂੰ ਮਾਂਜ ਕਰਕੇ ਸੋਧ ਕਰਕੇ ਰੱਖਣਾ, ਇਹ ਗੁਰਮੁਖੋ ਉਦਮੀ ਗੁਰਸਿੱਖਾਂ ਦਾ ਕੰਮ ਹੁੰਦਾ ਹੈ, ਆਲਸੀਆਂ ਦਾ ਨਹੀਂ। ਅਸੀਂ ਤੇ ਆਲਸ ਦੇ ਭਰੇ ਆ। ਜਿਹੜੇ ਗੁਰਸਿੱਖਾਂ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਉਦਮ ਬਖਸ਼ਿਆ, ਅਸੀਂ ਉਹਨਾਂ 'ਤੇ ਤਰਕਾਂ ਕਰਦੇ, ਇਹ ਜੀ ਲੋਹੇ ਦੇ ਭਾਂਡਿਆਂ 'ਚ ਖਾਂਦੇ ਆ। ਲੋਹੇ ਦੇ ਭਾਂਡਿਆਂ ਵਿੱਚ ਤੇ ਸਟੀਲ ਦੇ ਭਾਂਡਿਆਂ ਨੂੰ ਕੀ ਲੱਗਾ? ਗੁਰਮੁਖੋ ਆਪਣੀ ਆਪਣੀ ਸੋਚ ਆ। ਆਪਾਂ ਜੇ ਰਹਿਤ ਨਹੀਂ ਰੱਖ ਸਕਦੇ, ਰਹਿਤਵਾਨ ਗੁਰਸਿੱਖਾਂ 'ਤੇ ਆਪਾਂ ਕਿੰਤੂ ਵੀ ਨਾ ਕਰੀਏ। ਆਪਣੇ ਹੱਥੀਂ ਆਪਾਂ ਪ੍ਰਸ਼ਾਦਾ ਤਿਆਰ ਕਰਕੇ ਜੇਕਰ ਨਹੀਂ ਛਕ ਸਕਦੇ, ਤੇ ਗੁਰਮੁਖੋ ਆਪਾਂ ਇਹਨਾਂ ਉਦਮੀ ਸਿੱਖਾਂ ਦੇ ਉੱਪਰ ਤਰਕ ਵੀ ਨਾ ਕਰੀਏ। ਤਰਕ ਕਰਨ ਦਾ ਗੁਰਮੁਖੋ, ਮਖੌਲ ਕਰਨ ਦਾ, ਮਸ਼ਕਰੀ ਕਰਨ ਦਾ ਇਹ ਫਲ ਜ਼ਰੂਰ ਮਿਲਦਾ। ਭਗਤਨ ਸੇਤੀ ਮਸ਼ਕਰੀ, ਕੁਲ ਡੋਬਣ ਕੀ ਰੀਤ। ਭੁੱਲ ਕਰਕੇ ਸੱਚੇ ਪਾਤਸ਼ਾਹ ਦੇ ਅੱਗੇ ਨਿਮਰਤਾ ਦੇ ਨਾਲ ਹੱਥ ਹੀ ਜੋੜੀਏ ਕਿ ਸੱਚੇ ਪਾਤਸ਼ਾਹ ਸਾਨੂੰ ਵੀ ਰਹਿਤ ਬਖਸ਼, ਸਾਨੂੰ ਵੀ ਉਦਮ ਬਖਸ਼। ਅੰਮ੍ਰਿਤ ਵੇਲੇ ਦਾ ਉਦਮ, ਅੰਮ੍ਰਿਤ ਵੇਲੇ ਦਾ ਜਾਗਣਾ, ਅੰਮ੍ਰਿਤ ਵੇਲੇ ਦਾ ਨਿਤਨੇਮ, ਅੰਮ੍ਰਿਤ ਵੇਲੇ ਦੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ, ਅੰਮ੍ਰਿਤ ਵੇਲੇ ਦੀ ਸੰਗਤ, ਅੰਮ੍ਰਿਤ ਵੇਲੇ ਦਾ ਆਪਾਂ ਗੁਰਮੁਖੋ ਇਹ ਸਭ ਕੁਛ ਦਾਤਾਂ ਮੰਗੀਏ ਤੇ ਸਾਡੀ ਝੋਲੀ ਵਿੱਚ ਸੱਚੇ ਪਾਤਸ਼ਾਹ ਇਹ ਦਾਤਾਂ ਪਾਉਣਗੇ, ਫਿਰ ਆਪਣਾ ਵੀ ਜੀਵਨ ਸਫਲਾ ਹੋਗਾ। ਆਓ ਹੁਣ ਕੁਝ ਸਮੇਂ ਵਾਸਤੇ ਜੋ ਇਸ ਵਿਦਿਆਲੇ ਦੇ ਅੰਦਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ, ਪਾਵਨ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਨਾਲ ਜੋੜ ਕੇ ਸਰਵਣ ਕਰਕੇ ਹੋਰ ਵੀ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸੰਖ ਜਪ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਕਮਲਾਂ ਪਾਸ ਸਿੱਧ ਲੋਕਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਸ੍ਰਿਸ਼ਟੀ ਕਿੰਨੇ ਤਰ੍ਹਾਂ ਦੀ ਆ। ਸਿੱਧ ਲੋਕਾਂ ਦੀ ਬੇਨਤੀ ਨੂੰ ਸੁਣ ਕਰਕੇ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤਾ ਕਿ ਸਿੱਧ ਲੋਕੋ, ਸ੍ਰਿਸ਼ਟੀ ਤਿੰਨ ਤਰ੍ਹਾਂ ਦੀ ਆ। ਸ਼ਾਂਤ ਕੀ,
ਰਾਜਸੀ ਤੇ ਤਾਮਸੀ ਤਿੰਨ ਤਰ੍ਹਾਂ ਦੀ ਸ੍ਰਿਸ਼ਟੀ ਹੈ। ਤੋ ਜਿਹੜੀ ਤਿੰਨ ਤਰ੍ਹਾਂ ਦੀ ਸ੍ਰਿਸ਼ਟੀ ਆ ਉਹਦੇ ਪ੍ਰਥਾਏ ਪਹਿਲਾਂ ਜਿਹੜੀ ਸਾਂਤਕੀ ਸ੍ਰਿਸ਼ਟੀ ਹੈ ਨਾ, ਉਹਦੇ ਬਾਰੇ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਆ ਕਿ ਅਸੰਖ ਜਪ, ਸੰਖ ਨਾਮ ਗਿਣਤੀ ਦਾ ਤੇ ਅਸੰਖ ਨਾਮ ਆ ਅਣਗਿਣਤਾਂ ਦਾ, ਜਿਹਦੀ ਕੋਈ ਵੀ ਗਿਣਤੀ ਨਾ ਹੋਵੇ। ਗੁਰਮ ਪਿਆਰਿਓ ਉਹਨੂੰ ਅਸੰਖ ਕਿਹਾ ਜਾਏ। ਇਹ ਸਿੱਧ ਲੋਕੋ ਅਸੰਖ ਜਪ ਨੇ ਤੇ ਅਸੰਖੀ ਜਪ ਕਰਨ ਦੇ ਗ੍ਰੰਥ ਲਿਖੇ ਆ। ਜਪ ਗੁਰਮੁਖੋ ਮੂੰਹ ਦੇ ਨਾਲ ਕੀਤਾ ਜਾਂਦਾ। ਜਦੋਂ ਆਪਾਂ ਜ਼ੁਬਾਨ ਦੇ ਨਾਲ ਜਪ ਕਰਦੇ ਹਾਂ, ਫਿਰ ਜਪਦਿਆਂ ਜ਼ੁਬਾਨ ਤੇ ਬੁੱਲ ਮੂੰਹ ਰੁਕ ਜਾਂਦਾ। ਇਹ ਜਪ ਗਲੇ ਵਿੱਚ ਜਾਂਦਾ, ਮੂੰਹ ਬੰਨ੍ਹਿਆ, ਗਲੇ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਚੱਲਦਾ ਰਹਿੰਦਾ। ਜਦੋਂ ਗਲੇ ਤੋਂ ਅੱਗੇ ਗੁਰਮੁਖੋ ਜਪ ਦੀ ਅਵਸਥਾ ਬਣਦੀ ਆ, ਉਦੋਂ ਗਲਾ ਵੀ ਰੁਕ ਜਾਂਦਾ। ਹਿਰਦੇ ਦੇ ਨਾਲ ਗੁਰਮੁਖ ਪਿਆਰੇ ਹਿਰਦੇ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਾਪ ਕਰਦੇ ਆ। ਗੁਰਮੁਖੋ ਹਿਰਦੇ ਤੋਂ ਅੱਗੇ ਪਰਾਬਾਣੀ ਦੁਆਰਾ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਦੇ ਆ। ਜਿਸ ਤਰ੍ਹਾਂ ਨਾਸਤਿਕ ਬਿਰਤੀ ਵਾਲੇ ਲੋਕ ਕਹਿ ਦਿੰਦੇ ਆ ਨਾ ਕਿ ਕੇਸ ਰੱਖਣ ਦਾ ਕੀ ਫਾਇਦਾ। ਕਬੀਰ ਸਾਹਿਬ ਜੀ ਦੀ ਰਸਨਾ ਦੇ ਬਚਨ ਹਨ, ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ। ਇਹ ਜੀਵ ਸਿਰ ਤੇ ਦਾੜੀ ਮਨਾਉਣ ਦੇ ਨਾਲੋਂ ਪਹਿਲਾਂ ਆਪਣੇ ਮਨ ਦਾ ਸਿਰ ਮੁੰਨ। ਜਿਸ ਮਨ ਦੇ ਵਿੱਚ ਕੇਸ ਕਟਾਉਣ ਦਾ ਸੰਕਲਪ ਪੈਦਾ, ਫੁਰਨਾ ਪੈਦਾ ਹੋਇਆ, ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ। ਜੋ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅੰਜਾਏ। ਇਹ ਭੈੜੇ ਫੁਰਨੇ ਮਨ ਦੇ ਵਿੱਚ ਪੈਦਾ ਹੁੰਦੇ ਆ। ਤੇ ਜੇਕਰ ਮੁੰਨਣਾ ਤੇ ਆਪਣੇ ਸਿਰ ਦਾ ਸਿਰ ਮੁੰਨ ਵਾਹਿਗੁਰੂ, ਮਨ ਮੁੰਨ, ਜਿਹਦੇ ਵਿੱਚ ਭੈੜੇ ਫੁਰਨੇ ਪੈਦਾ ਹੁੰਦੇ ਆ। ਫਿਰ ਜਦੋਂ ਬੰਦੇ ਦੀ ਚੌਥੀ ਭੂਮਿਕਾ, ਚੌਥੀ ਅਵਸਥਾ ਬਣਦੀ ਆ, ਜਿੰਨੇ ਵੀ ਸਰੀਰ ਦੇ ਕੇਸ ਰੋਮ ਹੁੰਦੇ ਆ ਗੁਰਮੁਖੋ, ਜੀਭਾਂ ਬਣ ਜਾਂਦੀਆਂ। ਪਾਵਨ ਗੁਰਬਾਣੀ ਦੇ ਬਚਨ ਹਨ, ਉਸ ਅਵਸਥਾ ਦੇ ਪ੍ਰਥਾਏ ਗੁਰਮੁਖ ਰੋਮ ਰੋਮ ਹਰ ਧਿਆਵੈ। ਫਿਰ ਉਹਦੀ ਚੌਥੀ ਅਵਸਥਾ ਬਣਦੀ ਆ ਕਿ ਇੱਕ ਇੱਕ ਕੇਸ ਦੇ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦਾ ਸਿਮਰਨ ਹੁੰਦਾ ਹੈ। ਪਰ ਜਿਹੜਾ ਤਰਕਵਾਦੀ ਉਹਨੇ ਨਹੀਂ ਮੰਨਣਾ, ਕਿਉਂਕਿ ਉਹਨੇ ਵੇਖਿਆ ਨਹੀਂ ਗਾ, ਉਹਦੀ ਆਪਣੀ ਅਵਸਥਾ ਨਹੀਂ। ਇੱਕ ਜਥੇ ਦੇ ਵਿੱਚ ਪੁਰਾਣੇ ਸਿੰਘ ਸਨ। ਆਮ ਤੌਰ 'ਤੇ ਜਥੇ ਦੇ ਵਿਦਿਆਰਥੀ ਸਿੰਘ ਉਹਨੂੰ ਬਾਪੂ ਮਟੌਰ ਕਹਿੰਦੇ ਸਨ। ਉਹਨਾਂ ਗੁਰਮੁਖਾਂ ਦਾ ਪਿੰਡ ਮਟੌਰ ਸੀ, ਇਸ ਕਰਕੇ ਉਹਨੂੰ ਬਾਪੂ ਮਟੌਰ ਕਹਿੰਦੇ ਸਨ। ਉਹਨਾਂ ਦੀ ਅਰਦਾਸ ਕੀਤੀ ਸੀ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਨੇ ਅਭਿਆਸ ਕਰਨ ਦੀ ਕਿ 101 ਪਾਠ ਜਪਜੀ ਸਾਹਿਬ ਦਾ ਰੋਜ਼ਾਨਾ ਕਰਨਾ, ਤੇ ਉਹ ਕਰਦੇ ਵੀ ਸੀ। ਜਥੇ ਦਾ ਹੀ ਇੱਕ ਸਿੰਘ ਸੀ, ਉਹ ਕਹਿੰਦਾ ਕਿ ਮੈਂ ਨਹੀਂ ਮੰਨਦਾ, ਮੈਂ ਤੇ ਇੱਕ ਪਾਠ ਬੜੀ ਮੁਸ਼ਕਿਲ ਨਾਲ ਕਰਦਾ ਤੇ ਤੂੰ 101 ਕਿਵੇਂ ਕਰਦਾ। ਗੁਰਮੁਖੋ ਆਪਣੀ ਭਾਵਨਾ ਹੁੰਦੀ ਆ, ਆਪਣੀ ਸੋਚ ਹੁੰਦੀ ਆ, ਆਪਣੀ ਹਿੰਮਤ ਹੁੰਦੀ ਆ। ਇਹ ਨਹੀਂ ਵੀ ਜੇ ਮੇਰੇ ਤੋਂ ਇੱਕ ਮਸਾ ਹੁੰਦਾ ਤੇ ਦੂਜੇ ਕੋਲੋਂ 101 ਕਿਵੇਂ ਹੋ ਜਾਂਦਾ। ਜਦੋਂ ਕੋਈ ਵੀ ਮਨੁੱਖ ਸਟੇਜ 'ਤੇ ਕੁਝ ਵੀਰ ਅਸੀਂ ਪ੍ਰਚਾਰ ਕਰ ਦਿੰਦਾ ਨਾ, ਤੇ ਸਾਡੇ ਵਰਗੇ ਅਕਸਰ ਲੋਕ ਕਹਿੰਦੇ ਆ ਕਿ ਇਹ ਸੰਤ ਜਰਨੈਲ ਸਿੰਘ ਦਾ ਨਵਾਂ ਰੂਪ ਆ ਗਿਆ। ਥੋੜ੍ਹੇ ਸਮੇਂ ਬਾਅਦ ਫਿਰ
ਉਹ ਨਵੇਂ ਬਣੇ ਸੰਤ ਜਰਨੈਲ ਸਿੰਘ ਦਾ ਗੁਰਮੁਖੋ ਪਾਜ ਉਗੜ ਜਾਂਦਾ ਹੈ। ਗੁਰਮੁਖੋ ਸੰਤ ਜਰਨੈਲ ਸਿੰਘ ਵਰਗਾ ਬਣਨਾ ਬਹੁਤ ਕਠਿਨ ਆ, ਬਹੁਤ ਮੁਸ਼ਕਿਲ ਆ। ਉਹ ਕਿਵੇਂ? ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖ 101 ਰੋਜ਼ਾਨਾ ਜਪਜੀ ਸਾਹਿਬ ਦਾ ਪਾਠ ਕਰਦੇ ਸਨ। 7 ਬਾਣੀਆਂ ਉਹ ਰੋਜ਼ਾਨਾ ਪੜ੍ਹਦੇ ਸਨ। 5 ਗ੍ਰੰਥੀ ਦਾ ਉਹ ਵੱਖਰਾ ਨਿਤਨੇਮ ਕਰਦੇ ਸੀ। 50 ਅੰਗ ਰੋਜ਼ਾਨਾ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਕਰਦੇ ਸਨ। ਕੌਣ ਆ 101 ਪਾਠ ਰੋਜ਼ਾਨਾ ਜਪਜੀ ਸਾਹਿਬ ਦਾ ਕਰਨ ਵਾਲਾ? ਜਥੇ ਦੇ ਪੁਰਾਣੇ ਸਿੰਘਾਂ ਕੋਲੋਂ ਸੁਣਿਆ ਕਿ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਮਹਾਂਪੁਰਖਾਂ ਨੇ ਪੁੱਛਿਆ। ਉਹਨੂੰ ਜ਼ਿਆਦਾਤਰ ਜਥੇ ਦੇ ਸਿੰਘ ਅਭਿਆਸੀ ਕਹਿੰਦੇ ਸਨ। ਅਤੇ ਸੰਤ ਗਿਆਨੀ ਕਰਤਾਰ ਸਿੰਘ ਮਹਾਂਪੁਰਖਾਂ ਨੇ ਪੁੱਛਿਆ, ਅਭਿਆਸੀਆ ਤੂੰ ਇੰਨੀ ਬਾਣੀ ਪੜ੍ਹਦਾ ਹੈ ਅਤੇ 101 ਪਾਠ ਦੀ ਗਿਣਤੀ ਕਿਵੇਂ ਕਰਦਾ ਹੈ? ਨਿਮਰਤਾ ਦੇ ਨਾਲ ਬੇਨਤੀ ਕੀਤੀ ਕਿ ਮਹਾਂਪੁਰਖੋ ਮੈਂ ਕੁੜਤੀ ਪਾਉਣਾ ਹੈ ਅਤੇ ਕੁੜਤੀ ਦੀਆਂ 2 ਜੇਬਾਂ ਹੈ। ਇੱਕ ਜੇਬ ਦੇ ਵਿੱਚ ਮੈਂ 101 ਦਾਣਾ ਕਣਕ ਦਾ ਪਾਉਣਾ ਹੈ। ਇਹ ਪੁਰਾਣੇ ਜਥੇ ਦੇ ਸਿੰਘਾਂ ਦੇ ਦੱਸਣ ਅਨੁਸਾਰ। ਅਤੇ ਜਦੋਂ ਇੱਕ ਸ਼੍ਰੀ ਜਪਜੀ ਸਾਹਿਬ ਦਾ ਪਾਠ ਹੁੰਦਾ ਅਤੇ ਉਹ 1 ਦਾਣਾ ਕੱਢ ਕੇ ਮੈਂ ਦੂਜੀ 'ਚ ਜੇਬ 'ਚ ਪਾ ਲੈਂਦਾ। ਇਸ ਤਰ੍ਹਾਂ ਮਹਾਂਪੁਰਖੋ ਮੈਂ ਜਪਜੀ ਸਾਹਿਬ ਦੇ ਪਾਠਾਂ ਦੀ ਗਿਣਤੀ ਕਰਦਾ। ਅਤੇ ਕਈ ਜਿਹੜੇ ਤਰਕਵਾਦੀ ਲੋਕ ਆ ਉਹ ਕਹਿੰਦੇ ਗਿਣਤੀ ਬਾਣੀ ਦੀ ਕਾਹਦੀ ਗਿਣਤੀ ਹੁੰਦੀ ਆ? ਅਤੇ ਗੁਰਮੁਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਫਿਰ ਰਾਗਾਂ ਦੀ ਕਿਉਂ ਗਿਣਤੀ? 31 ਰਾਗ ਕਿਉਂ ਆ? ਰਾਗ ਮਾਲਾ ਦੇ ਵਿੱਚ 84 ਰਾਗ ਰਾਗਣੀਆਂ ਕਿਉਂ ਲਿਖੇ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ 1430 ਅੰਗ ਕਿਉਂ? ਇਹਨਾਂ ਦੀ ਗਿਣਤੀ ਕਿਉਂ ਆ? ਗਿਣਤੀ ਇਹ ਕਰਨੀ ਆ ਕਿ ਮੇਰੇ ਕੋਲੋਂ ਭੁਲੇਖਾ ਨਾ ਹੋ ਜਾਵੇ ਕਿਤੇ ਮੈਂ ਜ਼ਿਆਦਾ ਬਾਣੀ ਪੜ੍ਹਨੀ ਆ ਅਤੇ ਥੋੜ੍ਹੀ ਬਾਣੀ ਨਾ ਪੜ੍ਹਨੀ, ਮੈਂ ਪਿੱਛੇ ਨਾ ਰਹਿ ਜਾਵਾਂ। ਅਤੇ ਇਸ ਤਰ੍ਹਾਂ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਨੇ ਸੰਤ ਗਿਆਨੀ ਕਰਤਾਰ ਸਿੰਘ ਮਹਾਂਪੁਰਖਾਂ ਨੂੰ ਦੱਸਿਆ ਸੀ ਕਿ ਮਹਾਂਪੁਰਖੋ ਮੈਂ ਇਸ ਤਰ੍ਹਾਂ ਗਿਣਤੀ ਕਰਦਾ। ਗੁਰਮੁਖੋ ਫਿਰ ਪਹਿਲਾਂ ਮੂੰਹ ਦੇ ਨਾਲ ਜਪ ਕੀਤਾ ਜਾਂਦਾ। ਦੂਜੀ ਅਵਸਥਾ ਹੁੰਦੀ ਮੂੰਹ ਰੁਕ ਜਾਣਾ ਅਤੇ ਗਲੇ 'ਚੋਂ ਬਾਣੀ ਚੱਲੀ ਜਾਣੀ। ਤੀਜੀ ਭੂਮਿਕਾ ਹਿਰਦੇ ਵਿੱਚੋਂ ਗੁਰਬਾਣੀ ਦਾ ਜਾਪ ਪਾਉਣਾ। ਚੌਥੀ ਰੋਮ ਰੋਮ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ। ਅਤੇ ਇੱਕ ਜਥੇ ਦਾ ਪੁਰਾਣਾ ਸਿੰਘ ਹੁੰਦਾ ਸੀ, ਉਹਦਾ ਨਾਂ ਸੀ ਦਲਬੀਰ ਸਿੰਘ ਅਭਿਆਸੀ। ਗੁਰਮੁਖੋ ਜਥੇ ਦੇ ਸਿੰਘਾਂ ਦੇ ਨਾਲੋਂ ਨਾਲੇ ਗੱਲਾਂ ਕਰੀ ਜਾਂਦਾ ਅਤੇ ਮਨ ਕਰਕੇ ਆਪਣੇ ਗਲੇ 'ਚੋਂ ਸ਼੍ਰੀ ਜਪਜੀ ਸਾਹਿਬ ਦੀ ਗੁਰਬਾਣੀ ਦਾ ਪਾਠ ਕਰਦਾ ਹੁੰਦਾ ਸੀ। ਪੁਰਾਣੇ ਸਿੰਘਾਂ ਦੇ ਦੱਸਣ ਅਨੁਸਾਰ ਉਹ ਗੁਰੂ ਪਿਆਰੇ ਪ੍ਰਸ਼ਾਦਾ ਛਕਦਿਆਂ ਛਕਦਿਆਂ ਇੱਕ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰ ਲੈਂਦੇ ਹੁੰਦੇ ਸੀ, ਪ੍ਰਸ਼ਾਦਾ ਛਕਦਿਆਂ ਛਕਦਿਆਂ। ਪਰ ਤਰਕਵਾਦੀ ਨੇ ਮੰਨਣਾ ਨਹੀਂ ਕਿ ਮੂੰਹ ਨਾਲ ਦੰਦਾਂ ਨਾਲ ਪ੍ਰਸ਼ਾਦਾ ਤੋੜਿਆ, ਜਾੜਾਂ ਨਾਲ ਚਿੱਥਿਆ, ਗਲੇ 'ਚੋਂ ਪੇਟ ਵਿੱਚ ਗਿਆ ਅਤੇ ਜਪਜੀ ਸਾਹਿਬ ਦਾ ਪਾਠ ਕਿਵੇਂ ਹੋ ਗਿਆ? ਅਤੇ ਆਪੋ ਆਪਣੀ ਗੁਰਮੁਖੋ ਅਵਸਥਾ ਹੁੰਦੀ ਆ। ਅਤੇ ਸੱਚੇ ਪਾਤਸ਼ਾਹ ਇੱਥੇ ਸਾਨੂੰ ਸਮਝਾਉਂਦੇ ਆ ਅਸੰਖ ਜਪ, ਅਸੰਖ ਜਪ ਕਰਨ ਦੇ ਤਰੀਕੇ ਆ, ਅਣਗਿਣਤ ਤਰੀਕੇ ਆ। ਅਸੰਖ ਜਪ ਕਰਨ ਦੀਆਂ ਵਿਧੀਆਂ ਦੱਸੀਆਂ ਅਤੇ ਗੁਰਮੁਖੋ ਅਸੰਖ ਹੀ ਪੁਰਾਣੇ ਮਹਾਂਪੁਰਖਾਂ ਨੇ ਜਪ ਕਰਨ ਦੇ ਗ੍ਰੰਥ ਲਿਖੇ ਆ। ਅਤੇ ਅਸੰਖ ਅਣਗਿਣਤ ਹੀ ਪਰਮੇਸ਼ਰ ਦੀ ਬਾਣੀ ਦਾ ਗੁਰਮੁਖ ਪਿਆਰੇ ਆਪਣੇ ਮੂੰਹ ਦੇ ਨਾਲ, ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ, ਪ੍ਰਭ ਬਾਣੀ ਦੁਆਰਾ ਜਾਂ ਰੋਮ ਰੋਮ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਾਪ ਕਰਦੇ ਹਨ। ਅਸੰਖ ਭਾਉ ਅਸੰਖ ਅਣਗਿਣਤ ਹੀ ਭਾਵ ਨਾ ਮੈਂ ਪ੍ਰੇਮ ਦਾ। ਅਸੰਖ ਅਣਗਿਣਤ ਲੋਕ ਪ੍ਰੇਮ ਕਰਨ ਵਾਲੇ ਆ। ਕਿਹਦੇ ਨਾਲ? ਆਪਣੇ ਸਰੀਰ ਨਾਲ ਨਹੀਂ, ਪਰਿਵਾਰ ਨਾਲ ਨਹੀਂ। ਕਈਆਂ ਦਾ ਪਸ਼ੂਆਂ ਨਾਲ ਪ੍ਰੇਮ ਹੁੰਦਾ ਅਤੇ ਕਈ ਇੱਥੋਂ ਤੱਕ ਵੀ ਆ ਕਈਆਂ ਦਾ ਕੁੱਤਿਆਂ ਨਾਲ ਪ੍ਰੇਮ ਹੁੰਦਾ। ਉਹਨਾਂ ਨੇ ਆਪਣੇ ਘਰ ਦੇ ਵਿੱਚ ਕੁੱਤੇ ਬੜੇ ਰੱਖੇ ਹੁੰਦੇ ਆ ਅਤੇ ਕਈ ਵਾਰ ਅਖਬਾਰਾਂ 'ਤੇ TV 'ਤੇ ਕੁੱਤਿਆਂ ਦੇ ਬੱਚਿਆਂ ਦੀ ਮਸ਼ਹੂਰੀ ਵੀ ਆਉਂਦੀ ਆ ਕਿ ਫਲਾਣੇ ਪਿੰਡ ਵਿੱਚ ਫਲਾਣੇ ਘਰ ਦੇ ਵਿੱਚ ਕੁੱਤੀ ਦੇ ਬੱਚੇ ਵਿਕਾਊ ਆ, ਜੇ ਕਿਸੇ ਨੂੰ ਚਾਹੀਦੇ ਹੋਣ
ਇਹ ਆਪੋ ਆਪਣੀ ਭਾਵਨਾ ਹੈ। ਕਈਆਂ ਦਾ ਕਬੂਤਰਾਂ ਨਾਲ ਬੜਾ ਪਿਆਰ ਹੁੰਦਾ, ਕਬੂਤਰਾਂ ਦੇ ਨਾਲ ਬੜਾ ਪ੍ਰੇਮ ਕਰਦੇ ਆ, ਉਹ ਸ਼ਰਤਾਂ ਲਾ ਕਰਕੇ ਕਬੂਤਰਾਂ ਦੀਆਂ ਉਡਾਰੀਆਂ ਮਰਾਉਂਦੇ ਆ। ਗੁਰਮੁਖੋ ਆਪੋ ਆਪਣੀ ਭਾਵਨਾ ਨਹੀਂ, ਇਹ ਜਿਹੜਾ ਪ੍ਰੇਮ ਆ ਇਹ ਗੁਰਮੁਖੋ ਘਾਟੇ ਵਾਂਧਿਆ, ਤਨ ਦਾ, ਮਨ ਦਾ ਤੇ ਧਨ ਦਾ ਨੁਕਸਾਨ ਕਰਨ ਵਾਲਾ। ਅਣਗਿਣਤ ਸਿੱਧ ਲੋਕੋ ਪ੍ਰੇਮ ਕਰਨ ਵਾਲੇ ਪ੍ਰੇਮੀ ਆ। ਅਣਗਿਣਤ ਹੀ ਪ੍ਰੇਮ ਕਰਨ ਦੀਆਂ ਵਿਧੀਆਂ ਨੇ। ਕਈ ਪ੍ਰੇਮੀ ਪ੍ਰੇਮ ਦੇ ਨਾਲ ਬਾਣੀ ਪੜ੍ਹਦੇ ਆ, ਗੁਰਮੁਖੋ ਇਹ ਵੀ ਪ੍ਰੇਮ ਆ। ਕਈ ਜਿਹੜੇ ਕਾਰ ਸੇਵਾ ਵਾਲੇ ਮਹਾਂਪੁਰਖ ਆ, ਉਹ ਸਵੇਰੇ ਤੇ ਸ਼ਾਮ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ। ਸੰਗਤੀ ਰੂਪ ਵਿੱਚ ਬਹਿ ਕਰਕੇ ਆਪਾਂ ਉਹਨਾਂ ਨੂੰ ਵੀ ਮਾੜਾ ਨਹੀਂ ਕਹਿ ਸਕਦੇ। ਇਸੇ ਤਰ੍ਹਾਂ ਕਈ ਪ੍ਰੇਮ ਦੇ ਨਾਲ ਨਾਮ ਵੀ ਜਪਦੇ ਆ, ਬਾਣੀ ਵੀ ਪੜ੍ਹਦੇ ਆ ਤੇ ਹੱਥਾਂ ਦੇ ਨਾਲ ਗੁਰੂ ਘਰ ਦੀ ਸੇਵਾ ਕਰਦੇ ਆ। ਇਸ ਕਰਕੇ ਸਿੱਧ ਲੋਕੋ ਅਸੰਖ ਭਾਉ ਪ੍ਰੇਮ ਕਰਨ ਵਾਲੇ ਆ ਤੇ ਅਣਗਿਣਤ ਹੀ ਗ੍ਰੰਥ ਲਿਖੇ ਆ ਵੀ ਕਿਸ ਵਿਧੀ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਕਰਨਾ। ਅਨੇਕਾਂ ਹੀ ਪ੍ਰੇਮ ਕਰਦੀਆਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖੀਆਂ ਹੋਈਆਂ ਹਨ। ਅਸੰਖ ਪੂਜਾ। ਫਿਰ ਕਈ ਕਹਿ ਦਿੰਦੇ ਆ ਕਿ ਪੁਜਾਰੀ ਹੁੰਦਾ, ਪੂਜਾ ਕਰਨ ਵਾਲਾ ਪੁਜਾਰੀ ਹੁੰਦਾ ਹੈ। ਆਮ ਤੌਰ 'ਤੇ ਇਹ ਗੱਲ ਪ੍ਰਚਲਿਤ ਆ ਵੀ ਫਲਾਨਾ ਪੁਜਾਰੀ ਤੇ ਫਲਾਨਾ ਪੁਜਾਰੀ। ਹੁਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਆਪਾਂ ਕੀ ਕਹਾਂਗੇ? ਅਸੰਖ ਪੂਜਾ। ਇਹ ਸਿੱਧ ਲੋਕੋ ਅਣਗਿਣਤ ਹੀ ਪੂਜਾ ਕਰਨ ਵਾਲੇ ਦੁਨੀਆ 'ਤੇ ਗੁਰੂ ਪਿਆਰੇ ਆ। ਉਹ ਕਾਹਦੀ ਪੂਜਾ ਕਰਦੇ? ਪੱਥਰਾਂ ਦੀ ਪੂਜਾ ਨਹੀਂ ਕਰਦੇ, ਸ਼ਿਵਲਿੰਗ ਦੀ ਪੂਜਾ ਨਹੀਂ ਕਰਦੇ, ਉਹ ਦਰਖਤਾਂ ਦੀ ਪੂਜਾ ਨਹੀਂ ਕਰਦੇ। ਪਾਣੀ ਦੇ ਕਿਨਾਰਿਆਂ 'ਤੇ ਜਾ ਕਰਕੇ ਦੀਵੇ ਜਗਾ ਕਰਕੇ ਤੇ ਕਈ ਪਾਣੀ ਵਿੱਚ ਤਾਰ ਦਿੰਦੇ ਆ, ਇਹ ਪੂਜਾ ਨਹੀਂ। ਕਈ ਪੂਜਾ ਇਉਂ ਕਰਦੇ ਆ, ਰਾਤ ਨੂੰ ਜਦੋਂ ਲੋਕ ਸੌਂ ਜਾਂਦੇ ਆ ਉਹ ਚਰਸਤਿਆਂ ਦੇ ਵਿੱਚ ਟੂਣੇ ਕਰਦੇ ਆ, ਇਹ ਵੀ ਪੂਜਾ। ਗੁਰਮੁਖੋ ਗੁਰੂ ਪਿਆਰੇ ਇਹਨਾਂ ਪੂਜਾਂ ਦੇ ਉੱਪਰ ਆਸਥਾ ਨਹੀਂ ਰੱਖਦੇ। ਕਈ ਇਸ ਤਰ੍ਹਾਂ ਵੇਖਿਆ ਕਿ ਚਰਸਤੇ ਦੇ ਵਿੱਚ ਰਾਤ ਨੂੰ ਇਸ਼ਨਾਨ ਕਰਦੇ ਆ। ਗੁਰਮੁਖੋ ਇਹ ਵੀ ਪੂਜਾ, ਪਰ ਇਹ ਪਰਮੇਸ਼ਰ ਦਾ ਰਸਤੇ ਤੋਂ ਭੁੱਲਿਆਂ ਦੀ ਪੂਜਾ। ਫਿਰ ਪੂਜਾ ਕੀ ਹੈ? ਪਾਵਨ ਗੁਰਬਾਣੀ ਦੇ ਬਚਨ ਹਨ, ਪੂਜਾ ਕੀਚਾ ਹਰ ਨਾਮ ਧਿਆਈਐ ਬਿਨ ਨਾਵੈ ਪੂਜ ਨਾ ਹੋਏ, ਬਿਨਾ ਨਾਮ ਜਪਣ ਤੋਂ ਕੋਈ ਪੂਜਾ ਨਹੀਂ। ਤੇ ਸੱਚੇ ਪਾਤਸ਼ਾਹ ਸਿੱਧ ਲੋਕਾਂ ਨੂੰ ਸੰਬੋਧਨ ਕਰਕੇ ਸਮਝਾਉਂਦੇ ਆ ਕਿ ਅਣਗਿਣਤ ਪੂਜਾ ਕਰਨ ਵਾਲੇ ਪੁਜਾਰੀ ਆ। ਅਣਗਿਣਤ ਹੀ ਪੂਜਾ ਕਰਨ ਦੀਆਂ ਵਿਧੀਆਂ, ਤਰੀਕੇ, ਢੰਗ ਦੱਸੇ ਆ। ਪੂਜਾ ਕਰਨ ਦੇ ਸੰਬੰਧ ਵਿੱਚ ਅਣਗਿਣਤ ਹੀ ਗ੍ਰੰਥ ਲਿਖੇ ਆ। ਇਸੇ ਤਰ੍ਹਾਂ ਸਿੱਧ ਲੋਕੋ ਅਣਗਿਣਤ ਪੂਜਾ ਕਰਨ ਦੇ ਤਰੀਕੇ ਆ। ਅਣਗਿਣਤ ਹੀ ਪੂਜਾ ਕਰਕੇ ਪਰਮੇਸ਼ਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਅਸੰਖ ਤਪ ਤਾਓ। ਤੇ ਫਿਰ ਅਸੰਖ ਅਣਗਿਣਤ ਹੀ। ਤੇ ਇਹ ਗੁਰਮੁਖੋ ਜਿਹੜਾ ਤਾਪ ਹੁੰਦਾ ਨਾ, ਇਹ ਵੀ ਤਿੰਨ ਤਰ੍ਹਾਂ ਦਾ ਹੁੰਦਾ। ਰਾਜਸੀ, ਤਾਮਸੀ ਤੇ ਸਾਂਤਕੀ, ਤਿੰਨ ਤਰ੍ਹਾਂ ਦਾ ਤਪ ਹੁੰਦਾ। ਇਸ ਕਰਕੇ ਸਿੱਧ ਲੋਕੋ ਅਸੰਖ ਹੀ ਤਪ ਕਰਨ ਵਾਲੇ ਤਪੀਏ ਤਪੀਸ਼ਰ ਆ। ਅਣਗਿਣਤ ਹੀ ਤਪ ਕਰਨ ਦੀਆਂ ਵਿਧੀਆਂ ਨੇ ਤੇ ਅਣਗਿਣਤ ਹੀ ਤਪ ਕਰਨ ਦੇ ਧਾਰਮਿਕ ਲੋਕਾਂ ਨੇ ਧਾਰਮਿਕ ਗ੍ਰੰਥ ਲਿਖੇ ਹੋਏ ਹਨ। ਤੇ ਅਸੰਖ ਅਣਗਿਣਤ ਹੀ ਤਪ ਕਰਨ ਦੀਆਂ ਵਿਧੀਆਂ ਤੇ ਅਣਗਿਣਤ ਹੀ ਤਪ ਕਰਨ ਵਾਲੇ ਇਸ ਦੁਨੀਆ 'ਤੇ ਤਪੀਏ ਲੋਕ ਹਨ। ਅਸੰਖ ਗ੍ਰੰਥ। ਅੱਗੇ ਪੜ੍ਹੋ। ਮੁਖ ਵੇਦ ਪਾਠ। ਅਣਗਿਣਤ ਹੀ ਗ੍ਰੰਥ ਲਿਖਿਆ ਜੋ ਵੇਦਾਂ ਦੇ ਪਾਠ ਨੂੰ ਮੁਖੀ ਦੱਸਦੇ ਆ। ਵੇਦਾਂ ਦੁਆਰਾ ਮੰਤਰਾਂ ਦਾ ਜਾਪ ਕਰਨਾ, ਵੇਦਾਂ ਦੁਆਰਾ ਅਰਾਧਨਾ ਕਰਨੀ, ਫਿਰ ਵੇਦਾਂ ਦੁਆਰਾ ਹੀ ਪੂਜਾ ਕਰਨੀ। ਤੇ ਸੱਚੇ ਪਾਤਸ਼ਾਹ ਸਿੱਧ ਲੋਕਾਂ ਨੂੰ ਸੰਬੋਧਨ ਕਰਕੇ ਸਮਝਾਉਂਦੇ ਆ ਕਿ ਅਸੰਖ ਗ੍ਰੰਥ
ਅਣਗਿਣਤ ਧਾਰਮਿਕ ਗ੍ਰੰਥ ਆ ਜਿਹੜੇ ਵੇਦਾਂ ਦੇ ਪਾਠ ਨੂੰ ਮੁੱਖ ਦੱਸਦੇ ਹਨ। ਅਸੰਖ ਜੋਗ ਤੇ ਯੋਗ ਦੀਆਂ ਵਿਧੀਆਂ ਇਹ ਗੁਰਮੁਖੋ ਅਸੰਖ, ਇਹ ਵੀ ਅਣਗਿਣਤ ਆ। ਪਰ ਗੁਰਮਤਿ ਦੇ ਦੁਆਰਾ, ਗੁਰਮਤਿ ਦੇ ਅਸੂਲਾਂ ਦੁਆਰਾ ਯੋਗ ਕਿਹਾ ਜਾਂਦਾ ਹੈ ਜਿਹੜਾ ਪਰਮੇਸ਼ਰ ਦੇ ਨਾਲ ਜੁੜ ਜਾਂਦਾ। ਆਮ ਤੌਰ 'ਤੇ ਇੱਕ ਯੋਗੀਆਂ ਦਾ ਮਤ ਆ, ਉਹਨੂੰ ਕਹਿੰਦੇ ਹਠ ਯੋਗ। ਯੋਗੀਆਂ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਜਿਵੇਂ ਅਸੀਂ ਯੋਗੀ ਹਾਂ, ਕੰਨ ਪਾੜ ਕਰਕੇ ਮੁੰਦਰਾਂ ਪਾਉਂਦੇ ਆ, ਤਨ ਦੇ ਉੱਪਰ ਸੁਆਹ ਲਾਉਂਦੇ ਆ, ਆਪਣੇ ਕੇਸਾਂ ਦੀਆਂ ਲੰਮੀਆਂ ਲੰਮੀਆਂ ਜੜਾਵਾਂ ਬਣਾ ਲੈਂਦੇ ਆ, ਫਿਰ ਆਪਣੇ ਸਰੀਰ ਦੇ ਉੱਪਰ ਯੋਗੀਆਂ ਦਾ ਲਿਬਾਸ ਵੀ ਵੱਖਰਾ ਹੁੰਦਾ ਹੈ। ਇਹਨੂੰ ਕਹਿੰਦੇ ਹਠ ਯੋਗ। ਪਰਿਵਾਰ ਨੂੰ ਤਿਆਗ ਦੇਣਾ, ਸੰਸਾਰ ਦੇ ਨਾਲੋਂ ਵੱਖਰੇ ਰਹਿਣਾ, ਮੜੀਆਂ ਮਸਾਣਾਂ ਵਿੱਚ ਆਪਣਾ ਨਿਵਾਸ ਕਰਨਾ ਜਾਂ ਜੰਗਲਾਂ ਆਦਿਕ ਦੇ ਵਿੱਚ ਰਹਿਣਾ, ਇਹ ਗੁਰਮੁਖੋ ਹਠ ਯੋਗ ਆ, ਜਾਂ ਇਹਨੂੰ ਕਠਨ ਯੋਗ ਵੀ ਕਹਿੰਦੇ ਆ। ਤੇ ਸਿੱਧਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪ ਜੀ ਆਪਣੇ ਗੁਰਸਿੱਖਾਂ ਨੂੰ ਕਿਹੜਾ ਯੋਗ ਦੱਸਦੇ, ਆਪ ਜੀ ਕਿਹੜਾ ਯੋਗ ਕਰਾਉਂਦੇ ਆਪਣੇ ਸਿੱਖਾਂ ਦੇ ਪਾਸੋਂ। ਤੇ ਸੱਚੇ ਪਾਤਸ਼ਾਹ ਜੀ ਨੇ ਸਿੱਧ ਲੋਕਾਂ ਦੀ ਬੇਨਤੀ ਨੂੰ ਸੁਣ ਕਰਕੇ ਬਚਨ ਕੀਤਾ ਕਿ ਇਹ ਪਹਿਲੇ ਯੁੱਗਾਂ ਦਾ ਧਰਮ ਆ। ਪਹਿਲੇ ਯੁੱਗਾਂ ਵਿੱਚ ਲੋਕ ਸਰੀਰ ਕਰਕੇ ਬੜੇ ਬਲੀ ਤੇ ਬਲਵਾਨ ਹੁੰਦੇ ਸਨ। ਫਿਰ ਕਲਯੁਗ ਦਾ ਸਮਾਂ ਆਇਆ, ਸਰੀਰਕ ਬਲ ਜਿਹੜਾ ਬਹੁਤ ਜ਼ਿਆਦਾ ਘਟ ਗਿਆ। ਕਲਯੁਗ ਦੇ ਕਲਯੁਗੀ ਜੀਵ ਹਠ ਯੋਗ ਜਾਂ ਕਠਨ ਯੋਗ ਇਹ ਨਹੀਂ ਕਰ ਸਕਦੇ। ਤੇ ਸੱਚੇ ਪਾਤਸ਼ਾਹ ਫਿਰ ਇਹਨਾਂ ਨੂੰ ਕਿਹੜਾ ਯੋਗ ਤੁਸੀਂ ਸਿਖਾਓਗੇ? ਸੱਚੇ ਪਾਤਸ਼ਾਹ ਨੇ ਬਚਨ ਕੀਤਾ ਇਹਨਾਂ ਨੂੰ ਭਗਤ ਯੋਗ। ਜਿਹੜੇ ਯੋਗੀ ਲੋਕ ਸਨ ਆਪਣਾ ਘਰ ਤੇ ਪਰਿਵਾਰ ਛੱਡ ਦਿੰਦੇ ਸਨ, ਘਰ ਤੇ ਪਰਿਵਾਰ ਦੇ ਨਾਲ ਕੋਈ ਸੰਬੰਧ ਨਹੀਂ ਸੀ ਰੱਖਦੇ, ਸਰੀਰ ਕਰਕੇ ਤਿਆਗ ਕਰਦੇ ਸਨ, ਮਨ ਕਰਕੇ ਮਨ ਦੀ ਬਿਰਤੀ ਭਾਵੇਂ ਗ੍ਰਸਤੀ ਲੋਕਾਂ ਦੇ ਮਗਰ ਤੁਰੀ ਫਿਰੇ, ਮਨ ਦੀ ਬਿਰਤੀ ਭਾਵੇਂ ਆਪਣੇ ਪਰਿਵਾਰ 'ਚ ਤੁਰੀ ਫਿਰੇ। ਗੁਰਮੁਖੋ ਇਹਨੂੰ ਕਹਿੰਦੇ ਹਠ ਯੋਗ। ਵੀ ਮਨ ਕਰੀ ਜਾਣਾ ਖਾਣ ਨੂੰ ਪਰ ਖਾਣਾ ਨਾ, ਮਨ ਕਰਨਾ ਪਰਿਵਾਰ ਨੂੰ ਮਿਲਣ ਵਾਸਤੇ ਪਰ ਪਰਿਵਾਰ ਨੂੰ ਮਿਲਣਾ ਨਾ, ਘਰ ਜਾਣ ਵਾਸਤੇ ਮਨ ਕਰਨਾ ਪਰ ਘਰੇ ਜਾਣਾ ਨਾ, ਗ੍ਰਸਤੀ ਜੀਵਨ ਦੇ ਸੁੱਖ ਸਹੂਲਤਾਂ ਮਾਣਨ ਨੂੰ ਮਨ ਕਰਨਾ ਪਰ ਜਾਣਾ ਨਾ, ਇਹਨੂੰ ਕਹਿੰਦੇ ਹਠ ਕਰਨਾ। ਤੇ ਸੱਚੇ ਪਾਤਸ਼ਾਹ ਨੇ ਕਿਹਾ ਸਾਡੇ ਮਤ ਵਿੱਚ ਕਠਨ ਯੋਗ ਜਾਂ ਹਠ ਯੋਗ ਇਹਨੂੰ ਕੋ ਮਾਨਤਾ ਨਹੀਂ। ਤੇ ਉਸ ਹਠ ਯੋਗ ਜਾਂ ਕਠਨ ਯੋਗ ਦੇ ਪ੍ਰਥਾਏ ਬਚਨ ਆਉਂਦਾ ਹੈ, ਪਰਿਵਾਰ ਛੱਡਣਾ, ਜੰਗਲਾਂ ਵਿੱਚ ਜਾ ਕਰਕੇ ਨਿਵਾਸ ਕਰਨਾ ਤੇ ਜੰਗਲਾਂ ਦੇ ਫਲ ਫੁੱਲ ਪੱਤੇ ਖਾ ਕਰਕੇ ਤੇ ਗੁਜ਼ਾਰਾ ਕਰਨਾ, ਪਰ ਮਨ ਦੇ ਖਿਆਲ ਫੇਰ ਵੀ ਪਰਿਵਾਰ ਸੰਸਾਰ ਦੇ ਵਿੱਚ ਬਣੇ ਰਹਿਣੇ। ਤੇ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਗ੍ਰਹਿ ਤਾਜ ਬਾਨਖੰਡ ਜਾਈਐ, ਚੁਨ ਖਾਈਐ ਕੰਦਾ, ਅਜੋ ਬੇਕਾਰ ਨਾ ਛੋੜਈ ਪਾਪੀ ਮਨ ਮੰਦਾ। ਇਹ ਤੇ ਮਨ ਨੂੰ ਇੱਕ ਸੋਧਣ ਦੇ, ਮਨ ਨੂੰ ਸੁਧਾਰਨ ਕਰਨ ਦੇ, ਮਨ ਨੂੰ ਵਸੀ ਕਰਨ ਦੇ ਗੁਰਮੁਖੋ ਇੱਕ ਤਰੀਕੇ ਆ। ਤੇ ਸੱਚੇ ਪਾਤਸ਼ਾਹ ਨੇ ਸਿੱਧ ਲੋਕਾਂ ਨੂੰ ਸਮਝਾਇਆ ਅਸੀਂ ਆਪਣੇ ਸਿੱਖਾਂ ਨੂੰ ਯੋਗ ਦੇਵਾਂਗੇ, ਯੋਗ ਦੀ ਵਿਧੀ ਸਿਖਾਵਾਂਗੇ। ਉਹ ਕਿਹੜੀ? ਮਾਤਾ ਪਿਤਾ ਦੇ ਕੋਲੇ ਰਹਿਣਾ, ਗ੍ਰਸਤੀ ਜੀਵਨ ਧਾਰਨ ਕਰਨਾ, ਰਹਿਣਾ ਪਰਿਵਾਰ ਵਿੱਚ ਆ, ਘਰ ਨੂੰ ਕਦੇ ਛੱਡਣਾ ਨਹੀਂ, ਘਰ ਨੂੰ ਤਿਆਗਣਾ ਨਹੀਂ। ਹੁਣ ਕਈ ਪ੍ਰੇਮੀ ਇਹੋ ਜਿਹੇ ਹੁੰਦੇ ਆ, ਇਕੱਲੇ ਇਕੱਲੇ ਪਰਿਵਾਰ ਦੇ ਵਿੱਚ ਹੁੰਦੇ ਆ, ਫਿਰ ਉਹ ਘਰ ਛੱਡ ਦਿੰਦੇ ਆ ਤੇ ਮਾਤਾ ਪਿਤਾ ਦੀ ਗੁਰਮੁਖੋ ਸਾਂਭ ਸੰਭਾਲ ਕੌਣ ਕਰੂਗਾ? ਮਾਤਾ ਪਿਤਾ ਦੀ ਕੋਈ ਇੱਛਾ ਹੁੰਦੀ ਆ, ਇਸ ਕਰਕੇ ਫੁਰਨੇ ਬੰਦ ਨਾ ਹੋਣੇ,
ਸੰਸਾਰੀ ਸੁੱਖ ਸਹੂਲਤਾਂ ਮੰਨਣ ਨੂੰ ਜੀ ਕਰਨਾ ਪਰ ਹੱਠ ਕਰੀ ਰੱਖਣਾ। ਸੱਚੇ ਪਾਤਸ਼ਾਹ ਨੇ ਇਹ ਜੋ ਕਰਨ ਤੋਂ ਸਾਨੂੰ ਰੋਕਿਆ ਕਿ ਗ੍ਰਸਤੀ ਵੀ ਹੋਣਾ, ਫਿਰ ਪਰਿਵਾਰ ਵਿੱਚ ਰਹਿਣਾ, ਸੰਸਾਰ ਵਿੱਚ ਰਹਿਣਾ, ਦਸਾਂ ਨਹੁੰ ਦੀ ਕਿਰਤ ਕਮਾਈ ਕਰਨੀ ਆ, ਗ੍ਰਸਤੀ ਜੀਵਨ ਨੂੰ ਨਿਭਾਉਣਾ, ਗ੍ਰਸਤੀ ਜੀਵਨ ਵਿੱਚ ਰਹਿਣਾ, ਪਰਿਵਾਰ ਵਿੱਚ ਰਹਿਣਾ, ਸੰਸਾਰ ਵਿੱਚ ਰਹਿਣਾ। ਅਤੇ ਸੱਚੇ ਪਾਤਸ਼ਾਹ ਸਿੱਧ ਲੋਕਾਂ ਨੂੰ ਸੰਬੋਧਨ ਕਰਕੇ ਸਮਝਾਉਂਦੇ ਆ, ਅਸੰਖ ਯੋਗ, ਅਸੰਖ ਹੀ ਜੋਗੀ ਕਰਨ ਵਾਲੇ, ਯੋਗ ਮਤ ਨੂੰ ਧਾਰਨ ਕਰਨ ਵਾਲੇ ਜੋਗੀ ਆ। ਅਸੰਖ ਯੋਗ ਦੀਆਂ ਵਿਧੀਆਂ, ਅਸੰਖ ਹੀ ਯੋਗ ਮਤ ਨੂੰ ਧਾਰਨ ਕਰਨ ਵਾਸਤੇ ਧਾਰਮਿਕ ਗ੍ਰੰਥ ਲਿਖੇ ਹੋਏ ਹਨ। ਮਨ ਰਹੇ ਉਦਾਸ, ਤੇ ਅਸੰਖ ਹੀ ਮਨ ਕਰਕੇ ਇਸ ਸੰਸਾਰ ਤੋਂ ਸਦਾ ਵਾਸਤੇ ਉਦਾਸੀ ਰਹਿੰਦੇ ਆ, ਤੇ ਉਹਨੂੰ ਕਹਿੰਦੇ ਉਦਾਸੀ ਮਤ। ਗੁਰਮੁਖੋ ਬਾਣਾ ਪਾਉਣ ਦੇ ਨਾਲ ਉਦਾਸੀ ਮਤ ਜਿਹੜਾ ਹੁੰਦਾ ਹੈ, ਜਿਵੇਂ ਜੋਗੀ ਆ ਉਹ ਦੋ ਕੰਨ ਪਾੜ ਕਰਕੇ ਤੇ ਮੁੰਦਰਾਂ ਪਾਉਂਦੇ ਆ। ਜਿਹੜੇ ਉਦਾਸੀ ਮਤ ਦੇ ਸਾਧੂ ਹੁੰਦੇ ਆ ਉਹ ਇੱਕ ਕੰਨ ਪਾੜ ਕਰਕੇ ਤੇ ਇੱਕ ਨੂੰ ਨਹੀਂ ਪਾੜਦੇ ਤੇ ਇੱਕ ਵਿੱਚ ਮੁੰਦਰਾ ਪਾਉਂਦੇ ਆ। ਉਦਾਸੀ ਮਤ ਦੀ ਨਿਸ਼ਾਨੀ ਹੁੰਦੀ ਆ, ਇੱਕ ਕੰਨ ਪਾੜ ਕਰਕੇ ਤੇ ਛੋਟੀ ਜਿਹੀ ਮੁੰਦਰਾ ਪਾਉਂਦੇ, ਉਹਨਾਂ ਨੂੰ ਕਹਿੰਦੇ ਉਦਾਸੀ। ਪਰ ਮਤ ਕੋਈ ਨਹੀਂ ਮਾੜਾ, ਧਰਮ ਕੋਈ ਨਹੀਂ ਮਾੜਾ, ਪਰ ਉਹਨਾਂ ਦੇ ਅਸੂਲਾਂ 'ਤੇ ਰਹਿਣਾ ਗੁਰਮੁਖੋ। ਜੇਕਰ ਉਦਾਸੀ ਬਣ ਗਿਆ ਤੇ ਆਪਣੇ ਮਨ ਨੂੰ ਉਦਾਸ ਕਰਕੇ ਰੱਖਣਾ। ਕਿਹਦੇ ਵੱਲੋਂ ਉਦਾਸ ਕਰਕੇ ਰਹਿਣਾ? ਜਿਹੜੇ ਦੁਨੀਆ ਦੇ ਰਸ ਕਾਸਿਆ, ਦੁਨੀਆ ਦੀਆਂ ਸੁੱਖ ਸਹੂਲਤਾਂ, ਫਿਰ ਵਾਸ਼ਨਾਵਾਂ ਨੂੰ ਰੋਕਣਾ, ਸੰਸਾਰ ਵੱਲੋਂ ਬਿਰਤੀ ਨੂੰ ਮਾਰ ਕਰਕੇ ਰੱਖਣਾ। ਇਹ ਸਿੱਧ ਲੋਕੋ ਅਸੰਖ ਦੁਨੀਆ ਦੇ ਵਿੱਚ ਉਦਾਸੀ ਲੋਕ ਹਨ, ਜਿਹੜੇ ਮਨ ਕਰਕੇ ਉਦਾਸ ਰਹਿੰਦੇ ਆ। ਅਸੰਖੀ ਉਦਾਸੀ ਹੋਣ ਦੀਆਂ ਅਣਗਿਣਤ ਵਿਧੀਆਂ ਹਨ, ਅਤੇ ਉਦਾਸੀ ਮਤ ਦੇ, ਯੋਗ ਮਤ ਦੇ ਅਣਗਿਣਤ ਹੀ ਗ੍ਰੰਥ ਲਿਖੇ ਹੋਏ ਹਨ। ਅਸੰਖ ਭਗਤ, ਫਿਰ ਭੈ ਨੂੰ ਗਤ ਕਰਨ ਵਾਲੇ, ਪਰਮੇਸ਼ਰ ਦੇ ਪਿਆਰੇ, ਰੋਮ ਰੋਮ ਧਿਆਉਣ ਵਾਲੇ, ਨਾ ਕਿਸੇ ਤੋਂ ਡਰਨਾ ਤੇ ਨਾ ਕਿਸੇ ਨੂੰ ਡਰਾਉਣਾ। ਅਸੰਖ ਹੀ ਇਸ ਮਾਤ ਲੋਕ ਤੇ ਸੰਸਾਰ ਸਮੁੰਦਰ ਵਿੱਚ ਭਗਤ ਲੋਕ ਆ। ਅਸੰਖ ਹੀ ਭਗਤੀ ਕਰਨ ਦੀਆਂ ਵਿਧੀਆਂ, ਅਸੰਖ ਹੀ ਭਗਤੀ ਕਰਨ ਦੇ ਸੰਬੰਧ ਵਿੱਚ ਅਣਗਿਣਤ ਗ੍ਰੰਥ ਲਿਖੇ ਹੋਏ ਹਨ। ਗੁਣ ਗਿਆਨ ਵਿਚਾਰ, ਅਸੰਖ ਇਸ ਦੁਨੀਆ 'ਤੇ ਗੁਣੀ ਲੋਕ ਆ। ਕਿਸੇ ਦੇ ਕੋਲੇ ਕੋਈ ਗੁਣ ਆ, ਕਿਸੇ ਦੇ ਕੋਲੇ ਕਥਾ ਦਾ ਗੁਣ ਆ, ਕਿਸੇ ਦੇ ਕੋਲੇ ਕੀਰਤਨ ਦਾ ਗੁਣ ਆ, ਕਿਸੇ ਦੇ ਕੋਲੇ ਕਵੀਸ਼ਰੀ ਦਾ ਗੁਣ ਆ, ਕਿਸੇ ਕੋਲੇ ਢਾਡੀ ਕਲਾ ਦਾ ਗੁਣ ਆ, ਕਿਸੇ ਕੋਲੇ ਵਿਦਿਆ ਪੜ੍ਹਨ ਦਾ ਗੁਣ ਆ, ਕਿਸੇ ਕੋਲੇ ਵਿਦਿਆ ਪੜ੍ਹਾਉਣ ਦਾ ਗੁਣ ਆ। ਗੁਰਮੁਖੋ ਮਹਿਤੇ ਵਿਦਿਆਲੇ ਵਿੱਚ ਇੱਕ ਸਤਿਕਾਰਯੋਗ ਰਾਗੀ ਹੁੰਦੇ ਸੀ ਪੂਰਨ ਸਿੰਘ। ਉਹਨਾਂ ਦਾ ਗਲਾ ਇੰਨਾ ਸੁਰੀਲਾ ਨਹੀਂ ਸੀ, ਇੰਨਾ ਵਧੀਆ ਉਹ ਕੀਰਤਨ ਨਹੀਂ ਸੀ ਕਰ ਸਕਦੇ, ਪਰ ਉਹਨਾਂ ਦੇ ਕੋਲ ਇੱਕ ਗੁਣ ਸੀ, ਅਨਪੜ੍ਹ ਤੋਂ ਅਨਪੜ੍ਹ ਬੰਦੇ ਨੂੰ ਵੀ ਉਹ ਕੀਰਤਨ ਸਿਖਾ ਦਿੰਦੇ ਸਨ। ਮਹਿਤੇ ਵਿਦਿਆਲੇ ਵਿੱਚ ਇੱਕ ਬਾਈ ਖਾਲਸਾ ਹੁੰਦਾ ਸੀ, ਉਹਨੂੰ ਇਹ ਨਹੀਂ ਸੀ ਪਤਾ 11 ਜ਼ਿਆਦੇ ਆ ਕਿ 13 ਗਿਣਤੀ ਜ਼ਿਆਦੀ ਆ। ਗਿਣਤੀ ਉਹਨੂੰ ਬਿਲਕੁਲ ਨਹੀਂ ਸੀ ਆਉਂਦੀ ਕਿ 11 ਜ਼ਿਆਦੇ ਕਿ 13 ਜ਼ਿਆਦੇ ਆ। ਪਰ ਉਸ ਰਾਗੀ ਪੂਰਨ ਸਿੰਘ ਨੇ ਬਾਈ ਖਾਲਸੇ ਨੂੰ ਵੀ ਕੀਰਤਨ ਸਿਖਾਤਾ ਸੀ। ਅਨਪੜ੍ਹ ਬੰਦਾ ਸੀ, ਜਿਹਨੂੰ ਊੜਾ ਐੜਾ ਨਹੀਂ ਸੀ ਆਉਂਦਾ, ਏਕੇ ਦੂਏ ਗਿਣਤੀ ਬਾਰੇ ਉਹਨੂੰ ਕੋਈ ਸੋਝੀ ਨਹੀਂ ਸੀ। ਗੁਰਮੁਖੋ ਇਹ ਵੀ ਇੱਕ ਕਲਾ, ਇਹ ਵੀ ਇੱਕ ਗੁਣ ਆ। ਕਈ ਕਵੀਸ਼ਰੀ ਸਿਖਾਉਂਦੇ ਆ ਪਰ ਉਹਨਾਂ ਨੂੰ ਕਰਨੀ ਨਹੀਂ ਆਉਂਦੀ, ਕਈ ਢਾਡੀ ਕਲਾ ਸਿਖਾਉਂਦੇ। ਗੁਰਮੁਖੋ ਇਹ ਵੀ ਗੁਣ ਆ। ਫਿਰ ਕਈਆਂ ਕੋਲ ਰਾਗ ਵਿਦਿਆ ਦਾ ਗੁਣ ਹੁੰਦਾ, ਕਈਆਂ ਪ੍ਰੇਮੀਆਂ ਦੇ ਕੋਲ ਰਾਗ ਵਿਦਿਆ ਬੜੀ ਹੁੰਦੀ ਆ, ਪਰ ਉਹਨਾਂ ਦਾ ਗਲਾ ਸਾਥ ਨਹੀਂ ਦਿੰਦਾ, ਉਹਨਾਂ ਦਾ ਕੀਰਤਨ ਕੋਈ ਸੁਣਦਾ ਨਹੀਂ ਗਾ। ਇਸ ਕਰਕੇ ਕਈਆਂ ਕੋਲੇ ਕੀਰਤਨ ਕਰਨ ਦਾ ਗੁਣ ਹੁੰਦਾ ਅਤੇ ਕਈਆਂ ਦੇ ਕੋਲੇ ਕੀਰਤਨ ਸਿਖਾਉਣ ਦਾ ਗੁਣ ਹੁੰਦਾ। ਇਸੇ ਤਰ੍ਹਾਂ ਕਈ ਵਿਦਵਾਨ ਹੁੰਦੇ ਆ, ਉਹਨਾਂ ਦੀ ਜ਼ਬਾਨ ਵਿੱਚ ਕਥਾ ਦਾ ਰਸ ਨਹੀਂ ਹੁੰਦਾ, ਪਰ ਉਹ ਵਿਦਿਆ ਪੜ੍ਹਾਉਣ ਦਾ ਉਹਨਾਂ ਕੋਲੇ ਬਹੁਤ ਵਧੀਆ ਤਰੀਕਾ ਹੁੰਦਾ।
ਇਸ ਕਰਕੇ ਸੱਚੇ ਪਾਤਸ਼ਾਹ ਸਿੱਧ ਲੋਕਾਂ ਨੂੰ ਸੰਬੋਧਨ ਕਰਕੇ ਸਮਝਾਉਂਦੇ ਆ ਕਿ ਅਸੰਖ ਦੁਨੀਆ ਦੇ ਵਿੱਚ ਇਸ ਧਰਤੀ 'ਤੇ ਗੁਣੀ ਲੋਕ ਆ, ਅਸੰਖ ਗਿਆਨੀ ਲੋਕ ਆ। ਕਿਸੇ ਨੂੰ ਕਿਸੇ ਚੀਜ਼ ਦਾ ਗਿਆਨ ਆ, ਕਿਸੇ ਨੂੰ ਕਿਸੇ ਚੀਜ਼ ਦਾ ਗਿਆਨ ਆ। ਸੁਨਿਆਰੇ ਨੂੰ ਸੋਨੇ ਅਤੇ ਚਾਂਦੀ ਦਾ ਗਿਆਨ ਆ। ਉਹ ਵੇਖ ਕਰਕੇ ਪਰਖ ਕਰਕੇ ਦੱਸ ਦਿੰਦਾ ਕਿ ਸੋਨਾ ਹੈ, ਇਹ ਨਕਲੀ ਆ, ਇਹ ਚਾਂਦੀ ਆ। ਫਿਰ ਜਿਹੜੇ ਯੌਰੀ ਹੁੰਦੇ ਆ ਉਹਨਾਂ ਨੂੰ ਹੀਰੇ ਮੋਤੀ ਜਵਾਹਰਾਤ ਜਿਹੜੇ ਹੁੰਦੇ ਉਹਨਾਂ ਦਾ ਗਿਆਨ ਹੁੰਦਾ। ਕਈਆਂ ਨੂੰ ਖੇਤੀ ਕਰਨ ਦਾ ਗਿਆਨ ਹੁੰਦਾ, ਕਈਆਂ ਨੂੰ ਕਿਸੇ ਨਾ ਕਿਸੇ ਪਰਖ ਦਾ ਗਿਆਨ ਹੁੰਦਾ। ਕਈ ਸਾਇੰਸਦਾਨ ਹੁੰਦੇ ਆ, ਉਹ ਸਾਇੰਸ 'ਤੇ ਬੜਾ ਨਿਸ਼ਚਾ ਰੱਖਦੇ ਆ। ਪਰ ਅਸਲੀ ਸਦੀਵ ਕਾਲ ਅਟਲ ਰਹਿਣ ਵਾਲਾ ਅਤੇ ਸੱਚਾ ਸੁੱਚਾ ਗਿਆਨ ਕਿਹੜਾ? ਉਸ ਗਿਆਨ ਦੇ ਪ੍ਰਥਾਏ ਆਪਾਂ ਰੋਜ਼ ਤੇ ਪੜ੍ਹਦੇ ਅਤੇ ਸੁਣਦੇ ਹਾਂ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਗੁਰੂ ਦਾ ਗਿਆਨ ਹੋਣਾ ਕਿ ਸਾਡਾ ਗੁਰੂ ਸਾਨੂੰ ਕਹਿੰਦਾ ਕੀ ਆ, ਸਾਨੂੰ ਗੁਰੂ ਸਮਝਾਉਂਦਾ ਕੀ ਆ। ਦੁਨੀਆ ਵਿੱਚ ਧਾਰਨ ਕਰਨ ਵਾਲੀ ਵਸਤੂ ਕਿਹੜੀ ਆ, ਛੱਡਣ ਵਾਲੀ ਕਿਹੜੀ ਵਸਤੂ ਆ। ਜਿਸ ਤਰ੍ਹਾਂ ਕਿ ਮਨੁੱਖ ਇੱਕ ਦੂਜੇ ਦੇ ਨਾਲ ਨਾਰਾਜ਼ ਹੋ ਜਾਂਦਾ, ਉਹਦਾ ਤਿਆਗ ਕਰ ਦਿੰਦਾ ਕਿ ਮੈਂ ਇਹਦੇ ਨਾਲ ਬੋਲਣਾ ਨਹੀਂ, ਮੈਂ ਇਹਦੇ ਘਰੇ ਨਹੀਂ ਜਾਣਾ, ਮੈਂ ਇਹਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ। ਗੁਰਮੁਖੋ, ਇਹ ਤਿਆਗ ਨਹੀਂ, ਤਿਆਗ ਹੈ ਕਾਮ ਕ੍ਰੋਧ ਮੋਹ ਲੋਭ ਹੰਕਾਰ ਦਾ ਤਿਆਗ ਕਰਨਾ। ਇਸ ਤਿਆਗ ਦੇ ਪ੍ਰਥਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦਾ ਬਚਨ ਹੈ, ਤਿਆਗਣਾ ਤਿਆਗਨ ਨੀਕਾ। ਤਿਆਗ ਕਰਨਾ ਤੇ ਚੰਗਾ ਤਿਆਗ ਕਿਹੜਾ? ਉੱਤਮ ਤੇ ਪਵਿੱਤਰ ਤਿਆਗ ਕਿਹੜਾ? ਕਾਮ ਕ੍ਰੋਧ ਲੋਭ ਮੋਹ ਤਿਆਗਣਾ। ਕਾਮ ਦਾ, ਕ੍ਰੋਧ ਦਾ, ਮੋਹ ਦਾ, ਲੋਭ ਦਾ ਤਿਆਗ ਕਰਨਾ ਗੁਰਮੁਖੋ, ਇਹ ਉੱਤਮ ਤਿਆਗ ਆ। ਅਤੇ ਇਹਦਾ ਤਿਆਗ ਕੌਣ ਕਰ ਸਕਦਾ? ਜਿਹਦੇ ਹਿਰਦੇ ਦੇ ਅੰਦਰ ਗਿਆਨ ਆ। ਅਤੇ ਫਿਰ ਜਿਹੜਾ ਕਾਮਨਾ ਦੇ ਵਸੀਕਾਰ ਰਹਿੰਦਾ ਜਾਂ ਆਪਣੀ ਬਿਰਤੀ ਸੋਚ ਨੂੰ ਵਕਾਰੀ ਬਣਾ ਲੈਂਦਾ, ਕਾਮ ਦੇ ਵਸੀਕਾਰ ਹੋ ਜਾਂਦਾ, ਉਸ ਕਾਮ ਦੇ ਪ੍ਰਥਾਏ ਸਹਿਸਕ੍ਰਿਤੀ ਦੇ ਸਲੋਕਾਂ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤਾ, ਹੀ ਕਾਮ ਨਰਕ ਬਿਸਰਾਮ, ਬਹੁ ਜੋਨੀ ਭਰਮਾਵਣਾ। ਜਿਹੜਾ ਕਾਮ ਦੇ ਵਸੀਕਾਰ ਹੋ ਜਾਂਦਾ, ਉਹਨੂੰ ਗੁਰਮੁਖੋ ਨਰਕਾਂ ਵਿੱਚ ਜਾਣਾ ਪੈਂਦਾ ਅਤੇ ਅਨੇਕਾਂ ਜੋਨੀਆਂ ਭੋਗਣੀਆਂ ਪੈਂਦੀਆਂ। ਕਾਮ ਦੇ ਵਸੀਕਾਰ ਹੋ ਕਰਕੇ ਮੱਥੇ 'ਤੇ ਕਲੰਕ ਲੱਗਦਾ। ਵੇਖੋ, ਸਰਸੇ ਵਾਲਾ ਗੁਰੂ ਬਣਿਆ ਫਿਰਦਾ ਸੀ ਨਾ, ਲੋਕਾਂ ਦੇ ਵਿੱਚ ਸਿੱਧ ਕਰਦਾ ਸੀ ਕਿ ਮੈਂ ਗੁਰੂ ਹਾਂ, ਮੈਂ ਸਮਰੱਥ ਹਾਂ। ਉਹਦੇ ਮੰਨਣ ਵਾਲੇ ਪੁਜਾਰੀ ਲੋਕ ਗੁਰਮੁਖੋ ਆਪਣੇ ਜਨਮ ਦੇਣ ਵਾਲੇ ਪਿਤਾ ਨੂੰ ਭਾਵੇਂ ਪਿਤਾ ਨਾ ਕਹਿਣ, ਪਰ ਉਹਨੂੰ ਪਿਤਾ ਕਹਿੰਦੇ ਸੀ। ਫਿਰ ਪਿਤਾ ਨੇ ਕੀ ਕੁਕਰਮ ਕੀਤਾ, ਉਹ ਗੁਰਮੁਖੋ ਦੱਸਣ ਅਤੇ ਪੁੱਛਣ ਵਾਲੀ ਗੱਲ ਨਹੀਂ। ਉਹਨਾਂ ਕਲੰਕਾਂ ਦਾ ਸਦਕਾ ਅੱਜ ਗੁਰਮੁਖੋ ਨਜ਼ਰਬੰਦ ਜੇਲ੍ਹ ਦੇ ਵਿੱਚ ਆ। CBI ਕੋਰਟ ਦੇ ਵਿੱਚ ਉਹਨੂੰ ਦੋਸ਼ੀ ਸਾਬਤ ਕਰ ਦਿੱਤਾ। ਦੋਸ਼ ਦੇ ਤਹਿਤ ਗੁਰਮੁਖੋ ਨੂੰ ਸਜ਼ਾ ਹੋਈ ਆ। ਇਸ ਕਰਕੇ ਹਿਰਦੇ ਦੇ ਅੰਦਰ ਗਿਆਨ ਹੋਣਾ ਕਿ ਛੱਡਣ ਵਾਲੀ ਗੱਲ ਕਿਹੜੀ ਆ, ਛੱਡਣ ਵਾਲੇ ਕੰਮ ਕਿਹੜੇ ਆ, ਧਾਰਨ ਕਰਨ ਵਾਲੇ ਕਿਹੜੇ ਗਿਆਨ ਆ। ਇਸ ਕਰਕੇ ਸਿੱਧ ਲੋਕੋ ਅਸੰਖ ਇਸ ਧਰਤੀ ਦੇ ਉੱਪਰ ਗਿਆਨੀ ਲੋਕ ਆ। ਅਸੰਖ ਅਣਗਿਣਤ ਗਿਆਨ ਨੂੰ ਕਮਾਉਣ ਵਾਲੇ ਆ। ਅਸੰਖ ਇਸ ਗਿਆਨ ਦੇ ਰਸਤੇ ਦੇ ਪਾਂਧੀ ਬਣੇ ਆ ਅਤੇ ਅਸੰਖ ਗਿਆਨ ਦੇ ਪ੍ਰਥਾਏ ਗ੍ਰੰਥ ਲਿਖੇ ਹੋਏ ਅਤੇ ਵਿਚਾਰ। ਫਿਰ ਅਸੰਖ ਅਣਗਿਣਤ ਧਰਤੀ 'ਤੇ ਵਿਚਾਰਵਾਨ ਲੋਕ ਆ। ਆਪਣੇ ਮਨ ਦੇ ਅੰਦਰ ਗੁਰਮਤਿ ਦੀ ਵਿਚਾਰ ਰੱਖਦੇ ਆ, ਗੁਰੂ ਦੀ ਵਿਚਾਰ ਕਰਦੇ ਆ, ਗੁਰਬਾਣੀ ਦੀ ਵਿਚਾਰ ਕਰਦੇ। ਅਸੰਖੀ ਅਣਗਿਣਤ ਵਿਚਾਰਵਾਨ ਲੋਕ ਹਨ। ਅਸੰਖ ਸਤੀ। ਤੇ ਦੁਨੀਆ ਦੇ ਉੱਪਰ ਅਸੰਖੀ ਸਤੀ ਪਤੀ ਵਰਤਾ ਦੇ ਧਰਮ ਵਿੱਚ ਪਰਪੱਕ ਰਹਿਣਾ, ਉਹਨੂੰ ਕਹਿੰਦੇ ਆ ਸਤੀ। ਸਤ ਪ੍ਰਤੱਗੀ ਹੋਣਾ। ਗੁਰਮਤਿ ਦਾ ਅਸੂਲ ਕੀ ਆ? ਆਪਣੇ ਤੋਂ ਵੱਡੀ ਨੂੰ ਮਾਤਾ ਦੇ ਸਮਾਨ, ਬਰਾਬਰ ਦੀ ਨੂੰ ਭੈਣ ਦੇ ਸਮਾਨ ਅਤੇ ਛੋਟਿਆਂ ਨੂੰ ਬੱਚਿਆਂ ਦੇ ਸਮਾਨ ਕਰਕੇ ਜਾਣਨਾ। ਇਸੇ ਤਰ੍ਹਾਂ ਇਸਤਰੀ ਦਾ ਧਰਮ ਕੀ ਆ, ਸਤੀ ਕੀ ਆ? ਇਹ ਨਹੀਂ ਕਿ ਪਤੀ ਚੜ੍ਹਾਈ ਕਰ ਗਿਆ ਅਤੇ ਚਿਖਾ ਵਿੱਚ ਨਾਲ ਉਹਦੇ ਸੜ ਗਈ,
ਇਹ ਸਤੀ ਨਹੀਂ। ਆਪਣੇ ਤੋਂ ਵੱਡੇ ਨੂੰ ਪਿਤਾ ਦੇ ਸਮਾਨ, ਬਰਾਬਰ ਦੇ ਨੂੰ ਭਰਾ ਦੇ ਸਮਾਨ ਤੇ ਛੋਟਿਆਂ ਨੂੰ ਬੱਚਿਆਂ ਦੇ ਸਮਾਨ ਕਰਕੇ ਜਾਣਨਾ, ਇਹ ਗੁਰਮੁਖੋ ਸਤ ਪ੍ਰਤਗੀ ਦੇ ਨਿਜਮਿਆ। ਇਹ ਸਿੱਧ ਲੋਕੋ ਅਨੇਕਾਂ ਹੀ ਅਣਗਿਣਤ ਇਸ ਦੁਨੀਆ ਤੇ ਸਤ ਪ੍ਰਤਗੀ ਆ, ਅਣਗਿਣਤ ਹੀ ਸਤੀ ਵਰਤਾ ਧਰਮ ਤੇ ਚਾਨਣ ਵਾਲੇ ਆ। ਅਨੇਕਾਂ ਹੀ ਸਤੀ ਰਹਿਣ ਦੇ ਧਾਰਮਿਕ ਗ੍ਰੰਥ ਲਿਖਿਆ। ਭਾਈ ਗੁਰਦਾਸ ਜੀ ਦਾ ਬਚਨ ਹੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੇ। ਇਹ ਸੁਧ ਲੋਕੋ ਅਣਗਿਣਤ ਹੀ ਇਸ ਧਰਤੀ ਦੇ ਮਾਤ ਲੋਕ ਤੇ ਸਤੀ ਲੋਕ ਹਨ। ਅਸੰਖ ਦਾਤਾਰ। ਫਿਰ ਦਾਤਿਆਂ ਦੀ ਵੀ ਕੋਈ ਗਿਣਤੀ ਨਹੀਂ, ਦਾਨ ਦਿੰਦੇ ਆ, ਉਹਨਾਂ ਦੀ ਗਿਣਤੀ ਕੋਈ ਵੀ ਨਹੀਂ। ਤੇ ਅਸੰਖੀ ਦਾਤ ਕਰਨ ਦੀਆਂ ਵਿਧੀਆਂ ਦੱਸੀਆਂ ਗਈਆਂ ਤੇ ਅਸੰਖੀ ਅਣਗਿਣਤੀ ਦਾਨ ਦੇ ਸੰਬੰਧ ਵਿੱਚ ਵਿਦਵਾਨ ਲੋਕਾਂ ਨੇ ਗ੍ਰੰਥ ਲਿਖਿਆ। ਗੁਰਮੁਖੋ ਪਰ ਇਹ ਜਿਹੜੀਆਂ ਦਾਤਾਂ ਦੇ ਕਰਕੇ ਆਪਾਂ ਹੰਕਾਰ ਕਰਦੇ ਹਾਂ ਕਿ ਮੈਂ ਬਹੁਤ ਦਾਨ ਕਰਦਾ, ਇਹ ਦਾਨ ਗੁਰਮੁਖੋ ਕਿੱਥੋਂ ਆਇਆ? ਸਭ ਤੋਂ ਉੱਤਮ ਦਾਨ ਹੈ ਸਾਨੂੰ ਦਿੱਤਾ ਅਕਾਲ ਪੁਰਖ ਵਾਹਿਗੁਰੂ ਨੇ। ਇਹ ਮਨੁੱਖਾ ਸਰੀਰ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤਾ, ਸਵਾਸ ਦਿੱਤੇ ਆ, ਸਮਾਂ ਦਿੱਤਾ, ਫਿਰ ਰਿਸ਼ਤੇਦਾਰ ਸਾਕ ਸੰਬੰਧੀ ਦਿੱਤੇ ਆ। ਇਹ ਅਕਾਲ ਪੁਰਖ ਵਾਹਿਗੁਰੂ ਦੀ ਸਾਨੂੰ ਦਿੱਤੀ ਹੋਈ ਦਾਤ ਆ। ਪਰ ਦਾਤ ਪਿਆਰੀ ਵਿਸਰਿਆ ਦਾ ਤਾਰਾ। ਜਿਹੜਾ ਦਾਤਾਂ ਦੇਣ ਵਾਲਾ ਦਾਤਾ ਉਹ ਵਿਸਰ ਗਿਆ, ਪਰ ਦਾਤੇ ਦੀ ਦਿੱਤੀ ਹੋਈ ਦਾਤ ਦੇ ਨਾਲ ਅਕਸਰ ਦੁਨੀਆ ਦੇ ਲੋਕ ਪਿਆਰ ਕਰਦੇ ਆ। ਦਾਨ ਦੇ ਕਰਕੇ ਫਿਰ ਮਨ ਦੇ ਵਿੱਚ ਹੰਕਾਰ ਕਰਦੇ ਆ ਕਿ ਮੈਂ ਬਹੁਤ ਦਾਨੀ ਆ। ਗੁਰਮੁਖਾ ਤੈਨੂੰ ਇਹ ਰਿਜ਼ਕ ਕਿਹਨੇ ਦਿੱਤਾ? ਇਹ ਸਰੀਰ ਕਿਹਨੇ ਦਿੱਤਾ? ਇਹ ਮਾਇਆ ਤੇ ਪੈਸਾ ਕਿਹਨੇ ਦਿੱਤਾ ਹੈ? ਗੁਰਮੁਖੋ ਇਹ ਪਰਮੇਸ਼ਰ ਦੀ ਦਾਤ ਆ। ਪਰਮੇਸ਼ਰ ਦੀ ਦਾਤ ਵਿੱਚੋਂ ਦੇ ਕਰਕੇ ਜੀਵ ਅਕਸਰ ਹੰਕਾਰ ਕਰਦਾ। ਇਹ ਸਿੱਧ ਲੋਕੋ ਦੁਨੀਆ ਦੇ ਵਿੱਚ ਅਸੰਖ ਹੀ ਦਾਤੇ ਲੋਕ ਆ, ਅਸੰਖ ਹੀ ਦਾਨ ਕਰਨ ਦੀਆਂ ਵਿਧੀਆਂ ਤੇ ਅਸੰਖ ਹੀ ਦਾਨ ਕਰਨ ਦੇ ਧਾਰਮਿਕ ਗ੍ਰੰਥ ਲਿਖੇ ਹੋਏ ਹਨ। ਅਸੰਖ ਸੂਰ। ਸੱਚੇ ਪਾਤਸ਼ਾਹ ਹੁਣ ਜਿਹੜੀ ਰਾਜਸੀ ਸ੍ਰਿਸ਼ਟੀ ਆ ਨਾ ਉਹਦੇ ਬਾਰੇ ਕਥਨ ਕਰਦੇ ਆ। ਅਸੰਖ ਅਣਗਿਣਤ ਸੂਰ ਕਹਿੰਦੇ ਸੂਰਮੇ ਨੂੰ। ਬੀਤੇ ਸਮੇਂ ਦੇ ਵਿੱਚ ਵੀ ਅਣਗਿਣਤ ਧਰਤੀ 'ਤੇ ਸੂਰਮੇ ਹੋਏ ਆ। ਇਸੇ ਤਰ੍ਹਾਂ ਵਰਤਮਾਨ ਸਮੇਂ ਦੇ ਵਿੱਚ ਵੀ ਅਣਗਿਣਤ ਸੂਰਮੇ ਆ। ਆਉਣ ਵਾਲੇ ਭਵਿੱਖਤ ਸਮੇਂ ਦੇ ਵਿੱਚ ਵੀ ਅਣਗਿਣਤ ਸੂਰਮੇ ਹੋਣਗੇ। ਸੂਰਮਤਾਈ ਨੂੰ ਧਾਰਨ ਕਰਨ ਵਾਲੇ ਵੀ ਅਣਗਿਣਤ ਆ। ਸੂਰਮਤਾਈ ਦੇ ਅਣਗਿਣਤ ਗੁਰਮੁਖੋ ਰਸਤੇ ਆ। ਸੂਰਮਤਾਈ ਕਿਸ ਤਰ੍ਹਾਂ ਕਰਨੀ ਆ? ਧਾਰਮਿਕ ਗ੍ਰੰਥ ਅਣਗਿਣਤ ਲਿਖੇ ਹੋਏ ਹਨ। ਮੋਹ ਭਖ ਸਾਰ। ਮੋਹ ਕਹਿੰਦੇ ਸਾਹਮਣੇ ਨੂੰ ਤੇ ਭਖ ਕਹਿੰਦੇ ਮੂੰਹ ਨੂੰ ਤੇ ਸਾਰ ਕਹਿੰਦੇ ਲੋਹੇ ਨੂੰ। ਆਪਣੇ ਮੂੰਹ ਦੇ ਉੱਪਰ ਸਾਹਮਣੇ ਹੋ ਕੇ ਜੰਗ ਦੇ ਮੈਦਾਨ ਵਿੱਚ ਜਾ ਕਰਕੇ ਸੂਰਮਤਾਈ ਦੇ ਯੌਰ ਦਿਖਾਉਂਦੇ ਆ। ਤੇ ਸੂਰਮਤਾਈ ਦੇ ਪ੍ਰਥਾਈ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੁ ਨਾ ਛਾਡੈ ਖੇਤ। ਅਸਲ ਦੇ ਵਿੱਚ ਉਹ ਸੂਰਮਾ ਜਿਹੜਾ ਆਪਣੇ ਧਰਮ ਵਾਸਤੇ ਲੜਦਾ। ਤੇ ਫਿਰ ਲੜਨ ਦੇ ਗੁਰਮੁਖੋ ਤਿੰਨ ਕਾਰਨ ਹੁੰਦੇ, ਜਰ, ਜੋਰੋ ਤੇ ਜ਼ਮੀਨ। ਫਿਰ ਜਰ ਕਹਿੰਦੇ ਆ ਪੈਸੇ ਨੂੰ, ਧਨ ਪਦਾਰਥ ਤੋਂ ਲੜਨਾ, ਸਾਰੀ ਦੁਨੀਆ ਲੜਦੀ ਆ। ਜੋਰੂ ਕਹਿੰਦੇ ਆ ਇਸਤਰੀ, ਇਸਤਰੀਆਂ ਦੇ ਸੰਬੰਧ ਵਿੱਚ ਦੁਨੀਆ 'ਤੇ ਬਹੁਤ ਲੜਾਈਆਂ ਝਗੜੇ ਹੁੰਦੇ ਆ। ਤੇ ਜ਼ਮੀਨਾਂ ਦੇ ਵਾਸਤੇ ਆਪਾਂ ਆਮ ਪਿੰਡਾਂ ਸ਼ਹਿਰਾਂ ਕਸਬਿਆਂ ਵਿੱਚ ਜਾ ਕਰਕੇ ਦੇਖਦੇ ਆ ਨਾ ਕਿ ਅਣਗਿਣਤੀ ਲੜਾਈਆਂ ਝਗੜੇ ਹੁੰਦੇ ਆ। ਇਹ ਤਿੰਨ ਕਾਰਨ ਹੁੰਦੇ ਆ ਲੜਾਈ ਦੇ। ਪਰ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੇ ਬਾਅਦ ਜਿਹੜੇ ਸਿੱਖ ਸੂਰਮੇ ਹੋਏ ਆ ਉਹਨਾਂ ਨੇ ਇਹ ਤਿੰਨਾਂ ਕਾਰਨਾਂ ਕਰਕੇ ਲੜਾਈਆਂ ਨਹੀਂ ਲੜੀਆਂ।
ਨਾ ਤਾਂ ਛੇਵੇਂ ਪਾਤਸ਼ਾਹ ਨੇ ਜਰ ਜੋਰੂ ਤੇ ਜ਼ਮੀਨ ਵਾਸਤੇ ਲੜਾਈ ਲੜੀ ਆ, ਨਾ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਰ ਜੋਰੂ ਤੇ ਜ਼ਮੀਨ ਵਾਸਤੇ ਲੜਾਈ ਲੜੀ ਆ। ਉਹਨਾਂ ਨੇ ਧਰਮ ਦੀ ਜੰਗ ਦੁਨੀਆ ਦੇ ਉੱਪਰ ਆਪਣੇ ਖਾਲਸੇ ਨੂੰ, ਆਪਣੇ ਸਿੱਖ ਨੂੰ, ਗੁਰਮੁਖੂ ਆਜ਼ਾਦੀ ਦਿੱਤੀ ਆ। ਤੇ ਸੱਚੇ ਪਾਤਸ਼ਾਹ ਸੂਰਮਤਾਈ ਦੇ ਪ੍ਰਥਾਏ ਪਾਵਨ ਗੁਰਬਾਣੀ ਅੰਦਰ ਕਥਨ ਕਰਦੇ ਹਨ, ਸੂਰ ਕੇ ਸਾਨਮੁਖ ਰਨ ਤੇ ਡੁਰ ਪੈ। ਗੁਰਮੁਖੋ ਉਹ ਸੂਰਮਾ ਨਹੀਂ ਹੁੰਦਾ ਜਿਹੜਾ ਜੰਗ ਨੂੰ ਵੇਖ ਕਰਕੇ ਮਨ ਦੇ ਵਿੱਚ ਕਾਇਰਤਾਈ ਧਾਰਨ ਕਰਦਾ, ਜਾਂ ਜੰਗ ਦੇ ਮੈਦਾਨ ਨੂੰ ਵੇਖ ਕਰਕੇ ਛੱਡ ਕਰਕੇ ਭੱਜ ਜਾਂਦਾ। ਗੁਰਮੁਖੋ ਉਹ ਸੂਰਮਾ ਨਹੀਂ ਗਾ। ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਮ ਗ੍ਰੰਥ ਦੀ ਪਾਵਨ ਗੁਰਬਾਣੀ ਅੰਦਰ ਸਿੱਖਾਂ ਨੂੰ ਸੰਬੋਧਨ ਕਰਕੇ ਬਚਨ ਕਰਦੇ ਆ, ਧੰਨ ਜੀਓ ਤਿਹ ਕੋ ਇਹ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁੱਧ ਵਿਚਾਰੈ। ਸਿੱਖ ਪੰਥ ਦੇ ਵਿੱਚ ਉਸ ਸਿੱਖ ਨੂੰ ਮਾਨਤਾ ਮਿਲਦੀ ਆ ਜਿਹਦੀ ਜ਼ੁਬਾਨ 'ਤੇ ਵਾਹਿਗੁਰੂ ਦਾ ਸਿਮਰਨ ਹੋਵੇ, ਜਿਸ ਮਨੁੱਖ ਦੀ ਜ਼ੁਬਾਨ 'ਤੇ ਮੂਲ ਮੰਤਰ ਦਾ ਸਿਮਰਨ ਹੋਵੇ, ਜਿਸ ਮਨੁੱਖ ਦੀ ਜ਼ੁਬਾਨ 'ਤੇ ਪਾਵਨ ਗੁਰਬਾਣੀ ਦਾ ਜਾਪ ਹੋਵੇ, ਮੁਖ ਦੇ ਨਾਲ ਮੂੰਹ ਦੇ ਨਾਲ ਪਾਵਨ ਗੁਰਬਾਣੀ ਦਾ ਜਾਪ ਕਰੇ ਤੇ ਚਿੱਤ ਮੈਂ ਜੁੱਧ ਵਿਚਾਰੈ। ਆਪਣੇ ਚਿੱਤ ਦੇ ਵਿੱਚ ਪੰਥ ਵਾਸਤੇ, ਗੁਰੂ ਵਾਸਤੇ, ਸਮਾਜ ਵਾਸਤੇ ਲੜਨ ਦੀ ਇੱਛਾ ਮਨ ਦੇ ਵਿੱਚ ਧਾਰਨ ਕਰਕੇ ਰੱਖਦਾ ਹੋਵੇ। ਗੁਰਮੁਖੋ ਸਾਂਝੀ ਲੜਾਈ, ਪੰਥ ਦੀ ਲੜਾਈ, ਗੁਰੂ ਦੀ ਲੜਾਈ ਵੀ ਉਹ ਮਨੁੱਖ ਕਰ ਸਕਦਾ ਜਿਹੜਾ ਬਾਣੀ ਤੇ ਬਾਣੀ ਦਾ ਧਾਰਨੀ ਆ। ਜਿਸ ਮਨੁੱਖ ਨੇ ਇਕੱਲਾ ਬਾਣਾ ਪਾਇਆ ਉਹਦੇ ਕੋਲੇ ਬਾਣੀ ਨਹੀਂ, ਉਹ ਗੁਰਮੁਖੋ ਧਰਮ ਵਾਸਤੇ, ਸਮਾਜ ਵਾਸਤੇ, ਪੰਥ ਵਾਸਤੇ, ਗੁਰੂ ਵਾਸਤੇ ਨਹੀਂ ਲੜ ਸਕਦਾ। ਜਿਹੜਾ ਬੀਤਿਆ ਸਮਾਂ ਆਪਾਂ ਵੇਖਿਆ, ਜਦੋਂ ਖਾੜਕੂ ਸਿੰਘਾਂ ਦੀ ਲਹਿਰ ਚੱਲਦੀ ਸੀ, ਕਈ ਤੇ ਕੁਰਬਾਨੀਆਂ ਕਰ ਗਿਆ ਤੇ ਕਈਆਂ ਨੇ ਹਥਿਆਰ ਚੁੱਕ ਕਰਕੇ ਲੱਖਾਂ ਨਹੀਂ ਕਰੋੜਾਂ ਰੁਪਈਆ ਇਕੱਠਾ ਕੀਤਾ। ਹਥਿਆਰਾਂ ਦੇ ਜ਼ੋਰ ਦੇ ਨਾਲ ਕਰੋੜਾਂ ਰੁਪਈਆ ਇਕੱਠਾ ਕਰਕੇ ਅੱਜ ਗੁਰਮੁਖੋ ਜਾਇਦਾਦਾਂ ਬਣਾ ਕਰਕੇ ਤੇ ਨਾਲ ਉਹਨਾਂ ਨੇ ਟਰਾਲੇ ਬਣਾਏ ਆ। ਫਿਰ ਚੋਰੀ ਚੋਰੀ ਇਸ ਕਾਲੇ ਧਨ ਨੂੰ ਫਿਰ ਚਿੱਟਾ ਧਨ ਬਣਾਉਣ ਦਾ ਯਤਨ ਕਰਦੇ ਆ। ਗੁਰਮੁਖੋ ਇਹ ਸੂਰਮੇ ਨਹੀਂ, ਇਹ ਸੂਰਮਤਾਈ ਨਹੀਂ, ਇਹ ਬਹਾਦਰੀ ਵੀ ਨਹੀਂ। ਤੇ ਇਸ ਮਨੁੱਖ ਨੂੰ ਗੁਰੂ ਦੇ ਦਰ 'ਤੇ, ਪੰਥ ਦੇ ਵਿੱਚ ਗੁਰਮੁਖੋ ਮਾਨਤਾ ਕਦੇ ਨਹੀਂ ਮਿਲਦੀ। ਤੇ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ, ਆਪਣੇ ਨਿੱਜੀ ਹਿੱਤਾਂ ਵਾਸਤੇ ਨਹੀਂ ਲੜਨਾ, ਨਿੱਜੀ ਸਵਾਰਥ ਵਾਸਤੇ ਨਹੀਂ ਲੜਨਾ, ਜਾਰ ਜੋਰੂ ਤੇ ਜ਼ਮੀਨ ਵਾਸਤੇ ਨਹੀਂ ਲੜਨਾ। ਅਸੰਖ ਸੂਰਮੇ ਆ ਜਿਹੜੇ ਜੰਗ ਦੇ ਮੈਦਾਨ ਵਿੱਚ ਸਾਹਮਣੇ ਜਾ ਕਰਕੇ ਸ਼ਸਤਰਾਂ ਦੀ ਮਾਰ ਖਾਂਦੇ ਆ ਤੇ ਸ਼ਸਤਰਾਂ ਦੀ ਮਾਰ ਵਦੂਰਦੀ ਤੇ ਮਾਰਦੇ ਆ। ਅਸੰਖ ਹੀ ਸੂਰਮੇ ਹਨ ਇਸ ਧਰਤੀ 'ਤੇ, ਅਣਗਿਣਤ ਹੀ ਸੂਰਮਤਾਈ ਦੇ ਰਸਤੇ ਹਨ। ਅਸੰਖ ਹੀ ਸੂਰਮਤਾਈ ਦੇ ਸੰਬੰਧ ਵਿੱਚ ਧਾਰਮਿਕ ਗ੍ਰੰਥ ਲਿਖੇ ਗਏ ਹਨ। ਅਸੰਖ ਮੋਨ, ਫਿਰ ਅਣਗਿਣਤ ਹੀ ਦੁਨੀਆ 'ਤੇ ਮੋਨੀ ਲੋਕ ਆ ਜਿਹੜੇ ਬੋਲਦੇ ਨਹੀਂ। ਗੁਰਮੁਖੋ ਇਹਨੂੰ ਕਹਿੰਦੇ ਜੜ ਮੌਨ। ਪਰ ਗੁਰਮੁਖੋ ਸਿੱਖ ਪੰਥ ਦੇ ਵਿੱਚ ਮੌਨ ਦੀ ਕੋਈ ਜਗ੍ਹਾ ਨਹੀਂ, ਮੌਨ ਨੂੰ ਕੋਈ ਵੀ ਮਾਨਤਾ ਨਹੀਂ। ਕਈ ਜ਼ੁਬਾਨ ਦੇ ਨਾਲ, ਮੂੰਹ ਦੇ ਨਾਲ ਬੋਲਦੇ ਨਹੀਂ, ਪਰ ਕਾਗਜ਼ਾਂ ਦੇ ਉੱਪਰ ਲਿਖ ਲਿਖ ਕੇ ਦੇਈ ਜਾਂਦੇ ਆ। ਕਈ 12 ਵਜੇ ਤੱਕ ਨਹੀਂ ਬੋਲਦੇ, ਕਈ ਸਾਰਾ ਦਿਨ ਨਹੀਂ ਬੋਲਦੇ। ਕਈਆਂ ਨੇ ਸਾਲਾਂ ਦਾ ਮੌਨ ਰੱਖਿਆ ਹੁੰਦਾ, ਕਈਆਂ ਨੇ 12 ਸਾਲ ਦਾ ਮੌਨ ਰੱਖਿਆ ਹੁੰਦਾ ਕਿ ਮੈਂ 12 ਸਾਲ ਨਹੀਂ ਬੋਲਣਾ। ਪਰ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਸਾ ਜੀ ਦੀ ਵਾਰ ਅੰਦਰ ਮੌਨ ਦੇ ਪ੍ਰਥਾਏ ਕਥਨ ਕਰਦੇ ਹਨ। ਮੌਨ ਵਗੂਤਾ ਕਿਉਂ ਜਾਗਾ ਗੁਰ ਬਿਨ ਸੂਤਾ। ਇਹ ਗੁਰੂ ਤੋਂ ਬਿਨਾਂ ਗੁਰਮੁਖੋ ਬੰਦਾ ਕਦੇ ਵਾਸਤੇ ਵੀ ਜਾਗਦਾ ਨਹੀਂ। ਪਰ ਅਣਗਿਣਤ ਇਸ ਦੁਨੀਆ 'ਤੇ ਮੌਨੀ ਲੋਕ ਆ, ਅਣਗਿਣਤ ਹੀ ਮੌਨ ਦੀਆਂ ਵਿਧੀਆਂ, ਅਣਗਿਣਤ ਹੀ ਮੌਨ ਦੇ ਰਸਤੇ ਦਿੱਤੇ ਆ, ਅਣਗਿਣਤ ਹੀ ਮੌਨ ਦੇ ਸੰਬੰਧ ਵਿੱਚ ਧਾਰਮਿਕ ਗ੍ਰੰਥ ਲਿਖੇ ਹੋਏ ਹਨ। ਲਿਵ ਲਾਏ ਤਾਰ, ਤੇ ਅਣਗਿਣਤ ਹੀ ਆਪਣੇ ਮਨ ਦੀ ਜਿਹੜੀ ਲਿਵ ਸੁਰਤੀ ਬਿਰਤੀ ਆ,
ਇੱਕ ਰਸ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜ ਕਰਕੇ ਰੱਖਦੇ ਹਨ। ਕੁਦਰਤ ਕਵਣ ਕਹਾ ਵਿਚਾਰ। ਇਸ ਪੌੜੀ ਦੀ ਸੰਪੂਰਨਤਾ ਕਰਦੇ ਹੋਏ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਆ ਕਿ ਕੁਦਰਤ ਜਿਹੜੀ ਪਰਮੇਸ਼ਰ ਦੀ ਸ਼ਕਤੀ ਆ, ਕਾਵਣ ਕਹਾ ਵਿਚਾਰ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਦਾ ਕੌਣ ਸੂਰਮਾ, ਕੌਣ ਗਿਆਨੀ ਧਿਆਨੀ ਜਿਹੜਾ ਵਿਚਾਰ ਕਰ ਸਕਦਾ ਹੈ। ਵਾਰਿਆ ਨਾ ਜਾਵਾ ਏਕ ਵਾਰ। ਪਰ ਅਸੀਂ ਤੁਛ ਬੁੱਧੀ ਵਾਲੇ ਅਲਪੱਗ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਦੇ ਇੱਕ ਰੋਮ ਦਾ ਵੀ ਕਥਨ ਨਹੀਂ ਕਰ ਸਕਦੇ ਹਾਂ। ਜੋ ਤੁਧ ਭਾਵੈ ਸਾਈ ਭਲੀ ਕਾਰ। ਇਹ ਅਕਾਲ ਪੁਰਖ ਵਾਹਿਗੁਰੂ ਜੋ ਆਪ ਜੀ ਨੂੰ ਪਾਉਂਦਾ ਉਹੀ ਕਾਰ ਸ੍ਰੇਸ਼ਟ ਚੰਗੀ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਇਹ ਅਕਾਲ ਪੁਰਖ ਵਾਹਿਗੁਰੂ ਤੂੰ ਸਦੀਵ ਕਾਲ ਅਟਲ ਰਹਿਣ ਵਾਲਾ ਨਿਰੰਕਾਰ, ਤੇਰਾ ਕੋਈ ਵੀ ਆਕਾਰ ਨਹੀਂ ਹੈ। ਸੱਚੀ ਪਾਤਸ਼ਾਹ ਪਾਵਨ ਗੁਰਬਾਣੀ ਅੰਦਰ ਕਥਨ ਕਰਦਿਆ, ਨਿਰਗੁਣ ਆਪ ਸਰਗੁਣ ਪੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਉਸ ਅਕਾਲ ਪੁਰਖ ਵਾਹਿਗੁਰੂ ਦਾ ਸਾਰੀ ਸ੍ਰਿਸ਼ਟੀ ਆਕਾਰ ਆ, ਉਹ ਨਿਰੰਕਾਰ ਵੀ, ਆਕਾਰ ਵਾਲਾ ਵੀ ਆ ਤੇ ਆਕਾਰ ਤੋਂ ਰਹਿਤ ਵੀ ਆ। ਉਹ ਜੰਮਦਾ ਤੇ ਮਰਦਾ ਨਹੀਂ, ਉਹ ਜੂਨਾਂ ਤੋਂ ਰਹਿਤ ਆ, ਉਹ ਜੂਨਾਂ ਵਿੱਚ ਨਹੀਂ ਪੈਂਦਾ। ਇਸ ਕਰਕੇ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ, ਤੂੰ ਸਦਾ ਸਲਾਮਤ, ਹੇ ਅਕਾਲ ਪੁਰਖ ਵਾਹਿਗੁਰੂ ਤੂੰ ਸਦੀਵ ਕਾਲ ਅਟਲ ਰਹਿਣ ਵਾਲਾ ਤੇ ਤੇਰਾ ਕੋਈ ਵੀ ਸਰੀਰ ਆਕਾਰ ਨਹੀਂ। ਇਹ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਆਪਾਂ ਸਾਰਿਆਂ ਨੇ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕੀਤੀ ਹੈ। ਦਾਸ ਪਾਸੋਂ ਕਥਾ ਵਿਚਾਰ ਕਰਦਿਆਂ ਏਕ ਨਹੀਂ ਅਨੇਕ ਹੀ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਬੇਅੰਤ ਜ਼ਰੂਰ ਹੋਈਆਂ ਹੋਣਗੀਆਂ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅਤੇ ਗੁਰੂ ਕੀ ਖਾਲਸਾ ਸਾਧ ਸੰਗਤ ਨੇ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ, ਅੱਗੇ ਵਾਸਤੇ ਸਮਤ ਬਖਸ਼ਣੀ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ। ਪੜ੍ਹੀ ਗੁਰਬਾਣੀ ਕੀਰਤਨ ਕਥਾ ਵਿਚਾਰ ਦਾ ਮਹਾਤਮ ਆਪਣੇ ਸਾਰੇ ਹੀ ਕਲਯੁਗ ਜੀਵਾਂ ਦੇ ਹਿਰਦਿਆਂ 'ਤੇ ਵਸਾਉਣ, ਤਾਂ ਕਿ ਆਪਣਾ ਸਾਰਿਆਂ ਦਾ ਇਹ ਲੋਕ ਸੁਖੀਏ ਪਰਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਨੂੰ ਆਪਾਂ ਸਾਰੇ ਪ੍ਰਾਪਤ ਕਰ ਸਕੀਏ ਜੀ। ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।